क्लिक इंडिया टीवी देख रहे दर्शकों का स्वागत करते हैं। मैं राजदेव सुखंटो। पहला तो काफ़ी टाइम हो गया साडी वीडियो नहीं आई, तुहानूं माफ़ी मंगदे तुहाडे तो कुछ कारणा करके असीं वीडियो नहीं पा सके। सो अज असीं खड़े हैं जी बठिंडा। बठिंडे च असीं एक तुहानूं जिस शख्स नाल मिलाउण जा रहे हैं, एक समाज सेवी ने ते बेजुबान जानवरां दी बहुत सेवा करते हैं। बेजुबान जानवरां दी सेवा करन नूं ही अपना धर्म मनते हैं तो लोगों नूं भी अज दी नौजवान पीढ़ी नूं भी बड़ा प्रेरित करते हैं। तो नाम तुसीं सुनिया होना बठिंडे च टेक चंद जी। आओ आपां मिलाउने आ उन्हां नूं अज ते स्वागत करते हैं सर। सर थैंक यू सर जी, थैंक यू सर पहले तो तुहाडा शुभ नेम दस्सो। सर जी मेरा नाम टेक चंद है जी। ते पहले तो तुहानूं ये दस्सो भी तुसीं एज ए प्रोफैशन काम की करदे हो। मैं आर्टिस्ट हाँ जी, पेंटर ਦੇ ਨਾਲ मतलब कि मैं जाना ਜਾਂਦਾ टेक चंद पेंटर ਕਹਿੰਦੇ ਆ ਜੀ ਬਠਿੰਡੇ ਦੇ ਵਿੱਚ। ਤੇ ਬਸ ਸੇਵਾ ਵਾਲੇ ਪਾਸੇ ਹੁਣ ਕਾਫੀ ਧਿਆਨ ਹੋਣ ਕਰਕੇ ਹੁਣ ਟੇਕ ਚੰਦ ਨੂੰ ਇੱਕ ਸਮਾਜ ਸੇਵੀ ਨਾਲ ਜਾਣਾ ਜਾ ਚੁੱਕਿਆ ਹੈ, ਜਾਣਨ ਲੱਗ ਗਏ ਜੀ ਲੋਕ। ਟੇਕ ਚੰਦ ਜੀ ਇੱਕ ਪੇਂਟਰ ਇਹ ਦੇ ਨਾਲ ਪੇਂਟਰ ਦੇ ਨਾਮ ਦੇ ਨਾਲ ਲੱਗਿਆ ਹੋਇਆ ਸਮਾਜ ਸੇਵੀ ਟੇਕ ਚੰਦ। ਮੈਨੂੰ ਲੱਗਦਾ ਪੇਂਟਰ ਤਾਂ ਬਹੁਤ ਘੱਟ ਲੋਕ ਬੁਲਾਉਂਦੇ ਹੋਣਗੇ ਤੁਹਾਨੂੰ, ਹੈ ਨਾ। ਇਹ ਕਦੋਂ ਤੋਂ ਤੁਹਾਡਾ ਇਹ ਅੰਦਰ ਜਿਹੜੀ ਸਮਾਜ ਸੇਵਾ ਦੀ ਇੱਛਾ ਕਦੋਂ ਤੋਂ ਜਾਗਰਿਤ ਹੋਣੀ ਸ਼ੁਰੂ ਹੋਈ ਸੀ? ਇਹ ਜਾਗਰਤ ਜਿਹੜੀ ਹੋਈ ਇੱਛਾ ਸਰ ਜੀ ਇਹ 2006 ਦੇ ਲਗਭਗ मतलब कि ਮੈਂ ਇਹ ਕੰਮ ਨੂੰ ਸਟਾਰਟਿੰਗ ਅਸੀਂ ਕੀਤੀ ਬਠਿੰਡੇ ਦੇ ਵਿੱਚ ਕੁੱਤਿਆਂ ਨੂੰ ਲੈ ਕੇ। ਜਦੋਂ ਅਸੀਂ ਦੇਖਿਆ ਵੀ ਕੁੱਤਿਆਂ ਦੀ ਬਹੁਤ ਮਾੜੀ ਹਾਲਤ ਹੈ, ਕੁੱਤਿਆਂ ਵਾਲੇ ਪਾਸੇ ਧਿਆਨ ਬਹੁਤ ਘੱਟ ਸੀਗਾ ਕਿਉਂਕਿ ਡਰ ਬਹੁਤ ਹੁੰਦਾ ਕੁੱਤੇ ਦਾ, ਕੱਟ ਨਾ ਲਵੇ, ਸੱਟ ਨਾ ਮਾਰਦੇ ਜਾਂ ਕੋਈ। ਜਦੋਂ ਅਸੀਂ ਕੁੱਤਿਆਂ ਦਾ ਇਲਾਜ ਕਰਨਾ ਸ਼ੁਰੂ ਕੀਤਾ ਹੌਲੀ ਹੌਲੀ ਸਾਡਾ ਰੁਝਾਨ ਵੱਡੇ ਪਸ਼ੂਆਂ ਵਾਲੇ ਪਾਸੇ ਆਇਆ ਕਿਉਂਕਿ ਉਦੋਂ ਵੱਡੇ ਪਸ਼ੂਆਂ ਦਾ ਵੀ ਬਹੁਤ ਬੁਰਾ ਹਾਲ ਸੀਗਾ। ਕੋਈ ਟ੍ਰੇਨ 'ਚ ਵੱਜ ਗਿਆ, ਪੇਟ 'ਚ ਮਤਲਬ ਕਿ ਆ ਗਿਆ, ਕੋਈ ਨਹਿਰ 'ਚ ਡਿੱਗ ਪਿਆ, ਕੋਈ ਸੀਵਰ ਦੇ ਢੱਕਣ ਖੁੱਲ੍ਹਾ ਹੋਣ ਕਰਕੇ ਉਹਦੇ ਵਿੱਚ ਡਿੱਗ ਪਿਆ। ਉਹਦੇ ਵਿੱਚ ਸਾਡਾ ਦੇਖੋ ਵਰਕ ਬਹੁਤ ਹੋਣ ਕਰਕੇ ਦਿਨ ਰਾਤ ਸਾਨੂੰ ਇੱਕ ਕਰਨੀ ਪਈ, ਦਿਨ ਰਾਤ ਇਹਨਾਂ ਨੂੰ ਬਚਾਉਣ ਦੇ ਵਿੱਚ ਲੱਗੇ ਪਏ। ਉਸ ਤੋਂ ਬਾਅਦ ਫਿਰ ਕੀ ਹੋਇਆ, ਹੌਲੀ ਹੌਲੀ ਮਤਲਬ ਕਿ ਲੋਕ ਜਾਣਨ ਲੱਗ ਗਏ ਵੀ ਟੇਕ ਚੰਦ ਹੈਗਾ ਜੀ ਬੰਦਾ, ਉਹਨੂੰ ਫੋਨ ਕਰੋ। ਇਹ ਹੁਣ ਦੇਖੋ ਕਰਦੇ ਕਰਦੇ ਇੱਥੋਂ ਤੱਕ ਪਹੁੰਚ ਗਏ ਆ ਜੀ, ਕਿਰਪਾ ਹੈ ਜੀ ਬਾਬੇ ਦੀ। ਇੱਕ ਹੁੰਦਾ ਨਾ ਕਿ ਇੱਕ ਆਰਟਿਸਟ, ਮੈਂ ਜ਼ਿਆਦਾਤਰ ਵੇਖਿਆ ਵੀ ਆਰਟਿਸਟਾਂ ਦੇ ਦਿਲ ਬੜੇ ਨਰਮ ਹੁੰਦੇ। ਕੀ ਤੁਹਾਨੂੰ ਲੱਗਦਾ ਵੀ ਪ੍ਰਭੂ ਨੇ ਜਿਹੜੀ ਤੁਹਾਡੇ ਅੰਦਰ ਇੱਕ ਕਲਾ ਪਾਈ ਹੈ, ਪੇਂਟਿੰਗ ਦੀ ਕਲਾ ਪਾਈ ਹੈ, ਉਸ ਕਲਾ ਕਰਕੇ ਸ਼ਾਇਦ ਤੁਹਾਡਾ ਦਿਲ ਇੰਨਾ ਨਰਮ ਹੈ? ਮੈਨੂੰ ਲੱਗਦਾ ਹਾਂਜੀ ਹੈ। ਕਈ ਵਾਰੀ ਕੀ ਹੁੰਦਾ ਸੀਗਾ ਜਦੋਂ ਕੋਈ ਪਸ਼ੂ ਹਸਪੀਟਲ ਦਾ ਕੋਈ ਫੋਨ ਆਉਂਦਾ ਸੀਗਾ ਵੀ ਇੱਥੇ ਅਸੀਂ ਕੁਝ ਦੀਵਾਰ ਲਿਖਵਾਉਣੀ ਹੈ, ਕੋਈ ਮਾਟੋ ਵਗੈਰਾ ਲਿਖਵਾਉਣੇ ਹੈ, ਉਹਦੇ 'ਚ ਅਸੀਂ ਜਦੋਂ ਜਾ ਕੇ ਦੇਖਦੇ ਸੀਗੇ ਡਾਕਟਰ ਕਿਸੇ ਕੁੱਤੇ ਦਾ ਟ੍ਰੀਟਮੈਂਟ ਕਰ ਰਿਹਾ, ਕਿਸੇ ਗਾਂ ਦਾ ਕਰ ਰਿਹਾ, ਬੱਕਰੀ ਦਾ ਕਰ ਰਿਹਾ, ਬੜੇ ਮਨ 'ਚ ਐ ਹੁੰਦੀ ਸੀਗੀ ਵੀ ਦੇਖੋ ਯਾਰ ਵੀ ਡਾਕਟਰ ਦਾ ਵੀ ਇੱਕ ਰੂਪ ਬਖਸ਼ਿਆ ਪਰਮਾਤਮਾ ਨੇ। ਆਪਾਂ ਦੇਖੋ ਰੱਬ ਤੋਂ ਬਾਅਦ ਆਪਾਂ ਡਾਕਟਰ ਨੂੰ ਹੀ ਰੱਬ ਸਮਝਦੇ ਹਾਂ ਵੀ, ਹੈ ਨਾ। ਅਤੇ ਜਦੋਂ ਅਸੀਂ ਦੇਖਦੇ ਸੀਗੇ ਇੰਨੇ ਤਰੀਕੇ ਨਾਲ ਡਾਕਟਰ ਇਹਨਾਂ ਦਾ ਟਰੀਟਮੈਂਟ ਕਰ ਰਿਹਾ, ਸਾਡੇ ਦਿਲ 'ਚ ਵੀ ਬੜੀ ਇੱਛਾ ਸੀ ਕਿ ਦੇਖੋ ਜਿੰਨਾ ਪਸ਼ੂਆਂ ਦਾ ਟਰੀਟਮੈਂਟ ਇੱਥੇ ਹੋ ਸਕਦਾ ਉਹ ਤਾਂ ਚਲੋ ਵਧੀਆ ਹੋ ਜਾਂਦੇ ਆ, ਲੇਕਿਨ ਜਿਹੜੇ ਸੜਕਾਂ ਉੱਤੇ ਪਏ ਆ, ਜਿਨ੍ਹਾਂ ਦੀ ਇੱਥੇ ਨਜ਼ਰ ਹੀ ਨਹੀਂ ਜਾਂਦੀ, ਰੂੜੀਆਂ ਉੱਤੇ ਪਏ ਮਰ ਜਾਂਦੇ ਆ, ਸੜੀ ਜਾਂਦੇ ਆ ਵਿਚਾਰੇ, ਉਹਨਾਂ ਦਾ ਕੁਛ ਕਰਨ ਵਾਸਤੇ ਅਸੀਂ ਡਾਕਟਰਾਂ ਨਾਲ ਗੱਲ ਕੀਤੀ। ਕਾਫੀ ਉਹਨਾਂ ਦਾ ਸਹਿਚਾਰ ਹੋਣ ਕਰਕੇ ਉਹਨਾਂ ਨੇ ਸਾਨੂੰ ਮਤਲਬ ਕਿ ਕਾਫੀ ਸਾਡੀ ਬਾਂਹ ਫੜੀ, ਸਾਨੂੰ ਸਿਖਾਇਆ। ਮੈਂ ਧੰਨਵਾਦ ਕਰਦਾ। ਦੇਖੋ ਨਾਮ ਤਾਂ ਇੱਕ ਦਾ ਤਾਂ ਨਹੀਂ ਲੈ ਸਕੂੰਗਾ, ਜਿਨ੍ਹਾਂ ਡਾਕਟਰਾਂ ਨੇ ਵੀ ਮੇਰਾ ਇਸ ਕੰਮ ਦੇ ਵਿੱਚ ਸਾਥ ਦਿੱਤਾ, ਮੈਨੂੰ ਤਰਾਸ਼ਣ ਦੇ ਵਿੱਚ ਮਤਲਬ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਾਰੀ ਜ਼ਿੰਦਗੀ ਵੀ ਮਤਲਬ ਕਿ ਮੈਂ ਉਹਨਾਂ ਦਾ ਨਹੀਂ ਚੁਕਾ ਸਕਦਾ, ਉਹਨਾਂ ਦਾ ਜੋ ਉਹਨਾਂ ਨੇ ਮੇਰੇ ਵਾਸਤੇ ਕੀਤਾ। ਅਤੇ ਜਦੋਂ ਅਸੀਂ ਦੇਖਦੇ ਸੀਗੇ ਵੀ ਐਂ ਕਰਕੇ ਪਸ਼ੂਆਂ ਦਾ ਉਹਨਾਂ ਦਾ ਤਾਂ ਟਰੀਟਮੈਂਟ ਹੋ ਜਾਂਦਾ ਜਿਹੜੇ ਇਹਨਾਂ ਹਸਪਤਾਲ ਪਹੁੰਚ ਜਾਂਦੇ, ਲੇਕਿਨ ਜਿਹੜੇ ਹਸਪਤਾਲ ਨਹੀਂ ਪਹੁੰਚ ਸਕਦੇ ਉਹਨਾਂ ਵਾਸਤੇ ਕੀ ਕਰੀਏ। ਫਿਰ ਦਿਲ ਦੇ ਵਿੱਚ ਮਤਲਬ ਕਿ ਹੌਲੀ ਹੌਲੀ ਇੱਛਾ ਆਈ ਵੀ ਅਸੀਂ ਕਰਨਾ ਸ਼ੁਰੂ ਕਰੀਏ ਇਹਨਾਂ ਦਾ ਕੋਈ ਇਲਾਜ, ਕੋਈ ਇਹਨਾਂ ਦਾ ਕੋਈ ਰੋਟੀ ਪਾਣੀ ਦਾ ਇੰਤਜ਼ਾਮ, ਗਰਮੀਆਂ ਦੇ ਵਿੱਚ ਮਤਲਬ ਕਿ ਠੰਡਾ ਪਾਣੀ ਇਹਨਾਂ ਨੂੰ ਮਿਲੇ, ਅਤੇ ਸਰਦੀਆਂ ਦੇ ਵਿੱਚ ਇਹਨਾਂ ਨੂੰ ਅੱਗ, ਲੱਕੜਾਂ, ਸੇਕ, ਗਰਮੈਸ਼, ਇਸ ਤਰ੍ਹਾਂ ਦਾ ਦਾਣਾ ਪਾਣੀ, ਚੋਗਾ ਪਕਸ਼ੀਆਂ ਨੂੰ। ਫਿਰ ਐਂ ਲਾ ਲਓ ਵੀ ਦੇਖੋ ਅਸੀਂ ਤਾਂ ਸਿਰਫ ਇੱਕ ਐਂ ਲਾ ਲਓ ਵੀ ਤੁਰਨਾ ਸ਼ੁਰੂ ਕੀਤਾ, ਲੇਕਿਨ ਮੰਜ਼ਿਲ 'ਤੇ ਪਰਮਾਤਮਾ ਨੇ ਸਾਨੂੰ ਪਹੁੰਚਾਇਆ ਜੀ। ਬਿਲਕੁਲ। ਇੱਕ ਗੱਲ ਤੁਹਾਨੂੰ ਦੋਸਤੋ ਦੱਸ ਦਿਆਂ, ਟੇਕ ਚੰਦ ਜੀ ਅੱਜ ਥੋੜ੍ਹੇ ਜਿਹੇ ਬਿਮਾਰ ਨੇ, ਤਬੀਅਤ ਥੋੜ੍ਹੀ ਠੀਕ ਨਹੀਂ ਹੈ ਇਹਨਾਂ ਦੀ, ਫਿਰ ਵੀ ਇਸ ਮੌਸਮ 'ਚ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਸੇਵਾ ਨੂੰ ਆਪਣਾ ਧਰਮ ਮੰਨ ਕੇ ਅੱਜ ਮੇਰੇ ਖਿਆਲ 'ਚ ਇਹ ਲਾਈਵ ਚੱਲ ਰਹੀ ਹੈ ਜੀ। ਮੇਰੇ ਖਿਆਲ 'ਚ ਗਊ ਦੀ ਸੇਵਾ ਚੱਲ ਰਹੀ ਹੈ ਜੀ। ਹਾਂਜੀ ਹਾਂਜੀ। ਇਹਨੂੰ ਠੰਡ ਲੱਗ ਗਈ ਹੈ ਜੀ ਗਾਂ ਨੂੰ, ਇਹਦਾ ਟੈਂਪਰੇਚਰ ਨੋਟ ਕੀਤਾ ਜੀ 96 ਆ ਰਿਹਾ ਜੀ, 96। ਇਹਨੂੰ ਮਤਲਬ ਕਿ ਫਲੂਡ ਦੀ ਲੋੜ ਸੀਗੀ, ਹੁਣ ਗਰਮ ਕਰਕੇ ਇਹਦੇ ਬੋਤਲਾਂ ਲਾ ਰਹੇ ਹਾਂ ਜੀ। ਇਹਨੂੰ ਥੋੜ੍ਹੀ ਜਿਹੀ ਅੱਗ ਦਾ ਸੇਕਾ ਵੀ ਦਿੱਤਾ ਜਾ ਰਿਹਾ ਵੀ ਇਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ। ਅਤੇ ਜੇ ਪਰਮਾਤਮਾ ਦੀ ਕਿਰਪਾ ਪੂਰੀ ਹੈ ਤਾਂ ਦੇਖੋ ਇਹਨੂੰ ਕੁਛ ਨਹੀਂ ਹੋਣ ਦੇਵਾਂਗੇ, ਇਹਦੀ ਪੂਰੀ ਸੇਵਾ ਮਤਲਬ ਕਿ ਨਿਭਾਵਾਂਗੇ। ਅੱਜ ਥੋੜ੍ਹਾ ਜਿਹਾ ਬੋਲਣ ਦੇ ਵਿੱਚ ਵੀ ਦੇਰ ਥੋੜ੍ਹੀ ਜਿਹੀ ਸਮੱਸਿਆ ਇਸ ਕਰਕੇ ਇਹਦੇ ਫੀਵਰ ਹੋਇਆ ਪਿਆ ਜੀ ਖੁਦ ਨੂੰ, ਕਿਉਂਕਿ ਦੇਖੋ ਦਿਨ ਰਾਤ ਮੋਟਰਸਾਈਕਲ ਦੇ ਉੱਤੇ ਇੰਨੀ ਸਰਦੀ ਦੇ ਵਿੱਚ ਮਤਲਬ ਕਿ ਜਾਣਾ ਪਸ਼ੂਆਂ ਨੂੰ ਬਚਾਉਣ ਵਾਸਤੇ,
ਦੇਖੋ ਜੇ ਆਪਣੀ ਅਸੀਂ ਮਾੜਾ ਮੋਟਾ ਵੀ ਆਪਦੇ ਆਪ ਨੂੰ ਦੇਖਾਂਗੇ ਵੀ ਅੱਜ ਤਾਂ ਫੀਵਰ ਹੈ, ਨਹੀਂ ਨਿਕਲਾਂਗੇ, ਦੇਖੋ ਫਿਰ ਤਾਂ ਦੇਖੋ ਕੁਝ ਵੀ ਨਹੀਂ ਕਰ ਸਕਾਂਗੇ। ਮਾੜਾ ਜਿਹਾ ਤਾਂ ਦੇਖੋ ਹਿੰਮਤ ਰੱਖ ਕੇ ਹੀ ਸਾਰਾ ਕੰਮ ਹੁੰਦਾ ਜੀ। ਉਹ ਕਹਿੰਦੇ ਮਰਦ ਦੇ ਖੁਦਾ ਹਿੰਮਤ ਹੈ ਨਾ, ਤਾਂ ਹਿੰਮਤ ਰੱਖ ਕੇ ਹੀ ਸਾਰਾ ਕੁਝ ਹੁੰਦਾ ਜੀ। ਹਿੰਮਤ ਜੋ ਤੱਕ ਹੈਗੀ ਹੈ ਲੱਗੇ ਰਹੂੰਗਾ ਜੀ, ਪਰਮਾਤਮਾ ਦੀ ਕਿਰਪਾ ਰਹੂਗੀ। ਤੇ ਦੋਸਤ ਆਏ ਹੋਏ ਆ ਜੀ ਮੇਰੇ ਕੁਝ, ਤੇ ਫਰੈਂਡ ਸਰਕਲ ਇਹਦੇ ਅੱਜ ਸਾਥ ਦੇ ਰਿਹਾ ਮੇਰਾ ਪੂਰਾ। ਤੇ ਮੈਂ ਉਹਨਾਂ ਆਪਣੇ ਦੋਸਤਾਂ ਦਾ, ਫਰੈਂਡ ਸਰਕਲ ਦਾ ਬਹੁਤ ਮਤਲਬ ਕਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਹੈ ਨਾ, ਜਿਹੜੇ ਮੇਰੇ ਇਸ ਕੰਮ 'ਚ ਹੈਲਪ ਕਰਦੇ ਆ, ਸੇਵਾ ਕਰਦੇ ਆ, ਪੈਸੇ ਦੀ ਸਪੋਰਟ ਵੀ ਕਰਦੇ ਆ। ਜਿਹੜੇ ਪੈਸੇ ਦੀ ਸਪੋਰਟ ਕਰਦੇ ਆ ਉਹਨਾਂ ਨੂੰ ਮੈਂ ਰੱਬ ਦਾ ਰੂਪ ਹੀ ਕਹਿੰਦਾ ਜੀ, ਫਰਿਸ਼ਤੇ ਕਹਿੰਦਾ ਉਹਨਾਂ ਨੂੰ, ਜਿਹੜੇ ਮਤਲਬ ਕਿ ਦਾਨੀ ਸੱਜਣ ਕਹਿ ਕੇ ਤਾਂ ਉਹਨਾਂ ਨੂੰ ਦੂਰ ਨਹੀਂ ਕਰਨਾ ਚਾਹੁੰਦਾ। ਉਹ ਸਾਡੇ ਵਾਸਤੇ ਤਾਂ ਜੀ ਫਰਿਸ਼ਤੇ ਜਿਹੜੇ ਮਤਲਬ ਕਿ ਇਸ ਕੰਮ ਦੇ ਸਾਡਾ ਇੰਨਾ ਸਾਥ ਦਿੰਦੇ ਆ ਜੀ। ਜੀ ਬਿਲਕੁਲ, ਤੁਸੀਂ ਹਿੰਦੀ 'ਚ ਕਹਾਵਤ ਸੁਣੀ ਹੋਣੀ ਹੈ, ਅਕੇਲਾ ਚਨਾ ਪਹਾੜ ਨਹੀਂ ਤੋੜ ਸਕਦਾ। ਸਾਥ ਦੀ ਤਾਂ ਲੋੜ ਹੁੰਦੀ ਹੈ, ਆਪਣਿਆਂ ਦੇ ਸਾਥ ਦੀ ਲੋੜ ਹੁੰਦੀ ਹੈ, ਮਿੱਤਰ ਪਿਆਰਿਆਂ ਦੇ, ਫੈਮਿਲੀ ਦੇ ਸਪੋਰਟ ਦੀ ਸਾਥ ਦੀ ਲੋੜ ਹੁੰਦੀ ਹੈ। ਸੋ ਆਪਾਂ ਸਰ ਆਪਾਂ ਹੁਣ ਇੱਕ ਵਾਰੀ ਥੋੜ੍ਹਾ ਜਿਹਾ ਗਊ ਦੇ ਨੇੜੇ ਚੱਲ ਕੇ ਦੇਖੀਏ ਕੀ ਸਿਚੁਏਸ਼ਨ ਹੈ। ਆਓ ਦੋਸਤੋ। ਸਰ ਤੁਸੀਂ ਜੋ ਇੱਥੇ ਗਊ ਦੀ ਸੇਵਾ ਕਰ ਰਹੇ ਹੋ, ਅੱਜ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ? ਆ ਗਊ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਮਿਲਣ ਨੂੰ ਕਿੰਨਾ ਟਾਈਮ ਹੋ ਗਿਆ? ਇਹ ਇਨਫੋਰਮੇਸ਼ਨ ਕੱਲ੍ਹ ਆਈ ਸੀ ਜੀ, ਸਾਡੇ ਕੋਲੇ ਵੀ ਗਾਂ ਦੀ ਤਬੀਅਤ ਖਰਾਬ ਆ। ਕੱਲ੍ਹ ਵੀ ਅਸੀਂ ਇਹਨੂੰ ਫਲੂਟ ਦੇ ਕੇ ਗਏ ਸੀਗੇ, ਇਹਨੂੰ ਬਿਠਾ ਕੇ ਗਏ ਆ ਸਹਾਰਾ ਦੇ ਕੇ। ਲੇਕਿਨ ਦੇਖੋ ਜਿਹੜੀ ਇੰਨੀ ਠੰਡਕ ਚੱਲੀ ਜਾਂਦੀ, ਪੂਰੀ ਬਰਫ਼ ਪੈ ਰਹੀ ਹੈ ਜੀ ਇਸ ਟਾਈਮ। ਰਾਤ ਨੂੰ ਇਹਨੂੰ ਅੱਗ ਵੀ ਬਾਲ ਕੇ ਗਏ, ਲੇਕਿਨ ਸਾਰੀ ਰਾਤ ਮਤਲਬ ਕਿ ਅੱਗ ਵੀ ਇਹਨੂੰ ਬਾਲਣਾ ਪੋਸੀਬਲ ਨਹੀਂ ਸੀਗਾ, ਇਸ ਕਰਕੇ ਇਹ ਦੁਬਾਰੇ ਮਤਲਬ ਕਿ ਠੰਡ ਲੱਗੀ ਪਈ ਹੈ। ਹੁਣ ਇਹਨੂੰ ਗਊਸ਼ਾਲਾ ਭੇਜਣ ਦਾ ਇੰਤਜ਼ਾਮ ਵੀ ਕਰ ਰਹੇ ਹਾਂ ਜੀ, ਗੱਡੀ ਵੀ ਮੰਗਵਾਈ ਹੈ, ਇਹਨੂੰ ਚੱਕਾਂਗੇ ਵੀ ਫਲੂਟ ਦੇ ਕੇ, ਗਰਮੈਸ਼ ਦੇ ਕੇ ਇਹਨੂੰ ਬਿਠਾਵਾਂਗੇ, ਕੁਛ ਖਵਾ ਪਿਆ ਕੇ, ਕਾੜਾ ਕੂੜਾ ਇਹਦੇ ਵਾਸਤੇ ਤਿਆਰ ਕੀਤਾ ਹੈ ਜੀ। ਗਲੀ ਵਾਲਿਆਂ ਨੇ ਪੂਰੀ ਹੈਲਪ ਕੀਤੀ ਹੈ ਜੀ ਇਹਨਾਂ ਵਾਸਤੇ, ਡ੍ਰਿਪ ਦੀ ਵੀ ਗਲੀ ਵਾਲਿਆਂ ਨੇ ਹੈਲਪ ਕੀਤੀ ਹੈ। ਇਹਦੀ ਪੂਰੀ ਮਤਲਬ ਕਿ ਬੋਡੀ 'ਚ ਸੁਧਾਰ ਕਰਕੇ ਫਿਰ ਇਹਨੂੰ ਗਊਸ਼ਾਲਾ ਭੇਜਾਂਗੇ, ਜਿਹਦੇ 'ਚ ਆਪਣੀ ਗਰਮੈਸ਼ ਦੇ ਵਿੱਚ ਮਤਲਬ ਕਿ ਜਾਊਗੀ, ਸ਼ੈੱਡ ਥੱਲੇ ਆ ਜੂਗੀ, ਠੰਡ ਤੋਂ ਬਚ ਜੂਗੀ, ਤਾਂ ਇਹ 1-2 ਦਿਨਾਂ ਤੱਕ ਸੈੱਟ ਹੋ ਜੂਗੀ। ਇੱਕ ਮੈਨੂੰ ਗੱਲ ਦੱਸੋ ਜੀ, ਮੈਂ ਦੇਖਿਆ ਬੈਕ ਕੈਮਰਾ ਤੇ ਤੁਹਾਡੇ ਵਹੀਕਲ ਤੇ ਤੁਹਾਡੀ ਸੰਸਥਾ ਦਾ ਨਾਮ ਲਿਖਿਆ ਹੋਇਆ, ਕਿ ਸੰਸਥਾ ਦਾ ਨਾਮ ਜ਼ਰੂਰ ਦੱਸਿਓ। ਮੇਰੀ ਸੰਸਥਾ ਦਾ ਨਾਮ ਹੈ ਜੀ ਐਨੀਮਲ ਕੇਅਰ ਮਿਸ਼ਨ ਵੈਲਫੇਅਰ ਕਲੱਬ ਬਠਿੰਡਾ ਜੀ। ਦੋਸਤੋ ਅਸੀਂ ਟੇਕ ਸਰ ਦਾ ਨੰਬਰ ਤੇ ਉਹਨਾਂ ਦੀ ਸੰਸਥਾ ਦਾ ਨਾਮ ਅਸੀਂ ਸਕਰੀਨ ਤੇ ਚਲਾ ਦਿਆਂਗੇ। ਕਿਤੇ ਵੀ ਤੁਹਾਨੂੰ ਬੇਜ਼ੁਬਾਨ ਜਾਨਵਰ ਬਿਮਾਰ ਮਿਲੇ ਜਾਂ ਉਹਨੂੰ ਹੈਲਪ ਦੀ ਲੋੜ ਹੋਵੇ, ਮਦਦ ਦੀ ਲੋੜ ਹੋਵੇ, ਤਾਂ ਜ਼ਰੂਰ ਟੇਕ ਚੰਦ ਜੀ ਨਾਲ ਸੰਪਰਕ ਕਰਿਓ ਤਾਂ ਕਿ ਉਹਨੂੰ ਇੱਕ ਨਵੀਂ ਜ਼ਿੰਦਗੀ ਮਿਲ ਸਕੇ। ਸੋ ਟੇਕ ਚੰਦ ਜੀ, ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਜਦੋਂ ਨਵੀਂ ਸ਼ੁਰੂਆਤ ਹੁੰਦੀ ਹੈ ਕਿਸੇ ਕੰਮ ਦੀ, ਚੰਗੇ ਕੰਮ ਦੀ, ਜਦੋਂ ਸੇਵਾ ਕਰਨੀ ਸ਼ੁਰੂ ਕਰਦੇ ਆ, ਉਦੋਂ ਆਪਾਂ ਜੇ ਲੈ ਲਈਏ ਤੁਹਾਡੇ ਹੀ ਇਹ ਬੇਜ਼ੁਬਾਨ ਜਾਨਵਰਾਂ ਦੀ ਜਿਵੇਂ ਤੁਸੀਂ ਸੇਵਾ ਕਰਦੇ ਹੋ, ਪਹਿਲਾਂ ਜਦੋਂ ਨਵਾਂ ਸ਼ੁਰੂਆਤ ਕੀਤੀ ਸੀ, ਤੁਹਾਨੂੰ ਕਿਵੇਂ ਪਤਾ ਲੱਗਦਾ ਸੀ ਵੀ ਕਿਹੜਾ ਜਾਨਵਰ ਕਿੱਥੇ ਬਿਮਾਰ ਪਿਆ ਜਿਹਨੂੰ ਹੈਲਪ ਦੀ ਲੋੜ ਹੈ? ਹਾਂਜੀ, ਜਦੋਂ ਸਟਾਰਟਿੰਗ ਕੀਤੀ ਜੀ ਬਹੁਤ ਮੁਸ਼ਕਿਲ ਆਈਆਂ ਜੀ, ਕਿਉਂਕਿ ਇੰਨੇ ਸੋਰਸ ਨਹੀਂ ਸੀ ਸਾਡੇ ਕੋਲੇ, ਹੈ ਨਾ, ਬੰਦੇ ਵੀ ਅਸੀਂ 1-2 ਜਣੇ ਹੀ ਸੀਗੇ। ਲੇਕਿਨ ਅਸੀਂ ਕੀ ਕਰਦੇ ਸੀਗੇ, ਆਪਦਾ ਕੰਮ ਨਿਬੜਾ ਕੇ ਸਾਰਾ ਜਿਹੜਾ ਵੀ ਕੋਈ ਉਦੋਂ ਜਦੋਂ ਪੇਂਟਿੰਗ ਦਾ ਵਗੈਰਾ ਕਰਕੇ, ਉਸ ਤੋਂ ਬਾਅਦ ਅਸੀਂ ਕੀ ਕਰਦੇ, ਅਸੀਂ ਸ਼ਹਿਰ ਦਾ ਇੱਕ ਚੱਕਰ ਲਗਾਉਂਦੇ ਸੀਗੇ ਜੀ, ਰੋਜ਼ ਇੱਕ ਚੱਕਰ ਲਗਾਉਂਦੇ ਸੀ। ਜਿੱਥੇ ਸਾਨੂੰ ਡਿੱਗਿਆ ਮਿਲਦਾ ਸੀਗਾ ਅਸੀਂ ਉੱਥੇ ਟ੍ਰੀਟਮੈਂਟ ਕਰਕੇ ਆਉਂਦੇ ਸੀਗੇ। ਫਿਰ ਨੇੜੇ ਦੇ ਲੋਕ ਸਾਡਾ ਨੰਬਰ ਲੈ ਲੈਂਦੇ ਸੀਗੇ ਵੀ ਜੇ ਕੋਈ ਦੁਬਾਰੇ ਲੋੜ ਪੈਂਦੀ ਹੈ ਤੁਹਾਨੂੰ ਫੋਨ ਕਰਾਂਗੇ। ਬਸ ਹੌਲੀ ਮਤਲਬ ਕਿ ਕਾਰਵਾ ਅੱਗੇ ਚੱਲੀ ਗਿਆ, ਅੱਗੇ ਲੱਗੇ ਰਹੇ। ਹੌਲੀ ਫਰੈਂਡ ਸਰਕਲ ਦਾ ਪੂਰਾ ਸਾਥ ਮਿਲਣਾ ਸ਼ੁਰੂ ਹੋਇਆ। ਮੇਰੇ ਉਸਤਾਦ ਜੀ ਨੇ ਜੀ, ਸ਼੍ਰੀ ਪ੍ਰਮੋਦ ਕੁਮਾਰ ਕਾਲੀਆ ਜੀ, ਸੁਨੀਲ ਦੱਤ ਕਾਲੀਆ ਜੀ, ਉਹਨਾਂ ਦਾ ਮਤਲਬ ਕਿ ਪੂਰਾ ਸਾਥ ਮਿਲਿਆ ਜੀ। ਦੇਖੋ ਅੱਜ ਜੇ ਕੁਝ ਵੀ ਹੈਗੇ ਆ ਤਾਂ ਅਸੀਂ ਆਪਣੇ ਉਸਤਾਦਾਂ ਨੂੰ ਨਹੀਂ ਭੁੱਲ ਸਕਦੇ, ਹੈ ਨਾ ਜੀ। ਉਹਨਾਂ ਨੇ ਪੂਰਾ ਸਾਥ ਦਿੱਤਾ, ਉਹਨਾਂ ਦੀ ਲਿੰਕ ਹੋਣ ਕਰਕੇ ਸਾਡਾ ਨੰਬਰ ਬਹੁਤ ਪਹੁੰਚਿਆ, ਸਾਨੂੰ ਫਰੈਂਡ ਸਰਕਲ ਨੇ ਸਾਥ ਦਿੱਤਾ ਦਵਾਈਆਂ ਦਾ। ਅਤੇ ਹੌਲੀ ਕਰਦੇ ਅੱਜ ਐ ਲਾ ਲਓ ਵੀ 15 ਈਅਰ ਤੋਂ ਪਲੱਸ ਮਤਲਬ ਕਿ ਮੈਨੂੰ ਹੋ ਗਏ ਜੀ ਇਸ ਮਤਲਬ ਕਿ ਸੁਸਾਇਟੀ ਨੂੰ ਚਲਾਉਂਦੇ। ਅਤੇ ਅਸੀਂ ਹਜੇ ਸੈਂਕੜੇ ਤਾਂ ਨਹੀਂ ਕਹੂੰਗਾ, ਹਜ਼ਾਰਾਂ ਅਸੀਂ ਪਸ਼ੂਆਂ ਦਾ ਮਤਲਬ ਕਿ ਟਰੀਟਮੈਂਟ ਤਾਂ ਨਹੀਂ ਕਹਿ ਸਕੂੰਗਾ, ਦੇਖੋ ਸੇਵਾ ਹੀ ਕਹਿ ਸਕੂੰਗਾ ਵੀ ਸੇਵਾ ਕੀਤੀ। ਇੱਕ ਮੈਨੂੰ ਹੋਰ ਤੁਸੀਂ ਵਿੱਚ ਜ਼ਿਕਰ ਕੀਤਾ ਇੱਕ ਸ਼ਬਦ ਉਸਤਾਦ ਜੀ, ਤੁਹਾਡੇ ਪੇਂਟਿੰਗ 'ਚ ਤੁਹਾਡੀ ਸਕਿੱਲ ਨੂੰ ਇੰਪਰੂਵ ਕਰਨ ਲਈ ਤੁਹਾਡੇ ਉਸਤਾਦ ਜੀ ਨੇ ਤੁਹਾਡਾ ਸਾਥ ਦਿੱਤਾ। ਇੱਕ ਕਹਿੰਦੇ ਨਾ ਵੀ ਹਰ ਕੰਮ ਵਾਸਤੇ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਇੱਕ ਉਸਤਾਦ ਦੀ ਲੋੜ ਜ਼ਰੂਰ ਪੈਂਦੀ ਹੈ ਉਹਨੂੰ ਨਿਖਾਰਨ ਵਾਸਤੇ। ਅਤੇ ਇੱਥੇ ਮੈਂ ਦੇਖ ਰਿਹਾ ਤੁਹਾਡੇ ਕੋਲ ਪੂਰੀ ਕਿੱਟ ਆ ਡਾਕਟਰੀ ਦੀ, ਇੱਕ ਜਾਨਵਰ ਨੂੰ ਜਿਸ ਤਰ੍ਹਾਂ ਦੀ ਦਵਾਈ ਦੀ ਲੋੜ ਹੁੰਦੀ ਹੈ ਉਹ ਤੁਹਾਡੇ ਕੋਲ ਅਵੇਲੇਬਲ ਹੈ, ਅਤੇ 24 ਘੰਟੇ ਤੁਹਾਡੇ ਨਾਲ ਰਹਿੰਦੀ ਕਿੱਟ? ਹਾਂਜੀ, 24 ਘੰਟੇ ਨਾਲ ਹੈ ਜੀ। ਦੇਖੋ ਰਾਤ ਨੂੰ ਜੇ ਅਸੀਂ ਮੈਂ ਸੋ ਵੀ ਰਿਹਾ ਤਾਂ ਮੋਟਰਸਾਈਕਲ ਦੇ ਉੱਤੇ ਕਿੱਟ ਪੂਰੀ ਤਿਆਰ ਰਹੂਗੀ। ਕੋਈ ਐਮਰਜੈਂਸੀ ਵੀ ਆਉਂਦੀ ਹੈ ਤਾਂ ਅਸੀਂ ਜ਼ਰੂਰ ਜਾਂਦੇ ਹਾਂ ਰਾਤ ਨੂੰ, ਜੇ ਕਈ ਵਾਰ ਕੋਈ ਟ੍ਰੇਨ ਦੀ ਫੇਟ 'ਚ ਆ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸੀਨ ਆ ਜਾਂਦਾ ਤਾਂ ਅਸੀਂ ਜ਼ਰੂਰ ਜਾਂਦੇ ਹਾਂ। ਲੇਕਿਨ ਜੇ ਕੋਈ ਪੱਟੀ ਵਗੈਰਾ ਕਰਨੀ ਹੈ, ਕੋਈ ਨੋਰਮਲੀ ਹੈ, ਜਿਹੜਾ ਕੰਮ ਸਵੇਰੇ ਹੋ ਸਕਦਾ ਅਸੀਂ ਉਹ ਸਵੇਰੇ ਕਰਦੇ ਹਾਂ। ਜਿਹੜਾ ਕੰਮ ਅਸੀਂ ਵੀ ਸਾਨੂੰ ਪਤਾ ਵੀ ਅੱਧਾ ਘੰਟਾ ਵੀ ਇਹ ਬਹੁਤ ਦਰਦ 'ਚ ਤਕਲੀਫ 'ਚ ਰਹੂਗੀ, ਫਿਰ ਅਸੀਂ ਤਾਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇੱਕ ਗੱਲ ਮੈਂ ਪੁੱਛਣੀ ਸੀ ਵੀ ਉਸਤਾਦ ਜੀ ਸ਼ਬਦ ਜਿਹੜਾ ਆਪਾਂ ਲਿਆ ਸੀ ਵੀ ਤੁਸੀਂ ਪੇਂਟਰ ਹੋ, ਕੋਈ ਡਾਕਟਰੀ ਦੀ ਪੜ੍ਹਾਈ ਨਹੀਂ ਕੀਤੀ, ਕੁਛ ਨਹੀਂ, ਫਿਰ ਵੀ ਤੁਹਾਨੂੰ ਇੰਨੀ ਨੌਲੇਜ ਦਵਾਈਆਂ ਬਾਰੇ ਉਹ ਪੂਰਾ ਪਰਫੈਕਟ, ਮੈਂ ਦੇਖਿਆ ਪੂਰੀ ਵਧੀਆ ਤਰੀਕੇ ਨਾਲ ਤੁਸੀਂ ਜਾਨਵਰ ਨੂੰ ਖੜਾ ਕਰ ਦਿੰਦੇ ਹੋ, ਭੱਜਣ ਲੱਗ ਜਾਂਦਾ ਆਪਣੇ ਪੈਰਾਂ 'ਤੇ। ਇਹ ਕਲਾ, ਇਹ ਜਾਣਕਾਰੀ ਕਿੱਥੋਂ ਇਕੱਠੀ ਹੋਈ? ਇਹ ਸਰ ਜੀ ਡਾਕਟਰਾਂ ਤੋਂ ਹੀ ਇਕੱਠੀ ਹੋਈ। ਅਸੀਂ ਜਦੋਂ ਕੋਈ ਪਸ਼ੂ ਕੋਈ ਛੋਟਾ ਮਿਲਦਾ ਸੀ ਜਾਨਵਰ, ਅਸੀਂ ਉਹਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਸੀਗੇ, ਉੱਥੋਂ ਅਸੀਂ ਡਾਕਟਰਾਂ ਨੂੰ ਦੇਖਦੇ ਸੀਗੇ ਕੀ ਲੈਣਾ। ਡਾਕਟਰਾਂ ਨੇ ਸਾਥ ਹੀ ਪੂਰਾ ਦਿੱਤਾ
ਵੀ ਜੇ ਕੋਈ ਇਸ ਤਰ੍ਹਾਂ ਦਾ ਹੈਗਾ ਕੇਸ ਤਾਂ ਐਵੇਂ ਕਰਨਾ ਚਾਹੀਦਾ, ਉਹਨੂੰ ਹੈਂਡਲ ਕਰਨਾ, ਤੁਸੀਂ ਟੈਂਪਰੇਚਰ ਐਵੇਂ, ਫੀਵਰ ਐਵੇਂ ਦੇਖਣਾ ਹੈਗਾ, ਜਾਂ ਕੋਈ ਡ੍ਰਿਪ ਲਾਣੀ ਐਵੇਂ ਲਾਣੀ ਆ। ਮਤਲਬ ਕਿ ਉਹਨਾਂ ਤੋਂ ਕਾਫੀ ਗਿਆਨ ਮਿਲਿਆ। ਹੌਲੀ ਹੌਲੀ ਗਿਆਨ ਜਿਹੜਾ ਹੈਗਾ ਦੇਖੋ ਲੈਣਾ ਬਹੁਤ ਔਖਾ ਹੈ, ਕਿਉਂਕਿ ਗਿਆਨ ਉਹਨੂੰ ਦਿੱਤਾ ਜਾਂਦਾ ਜਿਹੜਾ ਉਹਦੀ ਕਦਰ ਕਰੇ। ਅਸੀਂ ਜਦੋਂ ਡਾਕਟਰਾਂ ਨੂੰ ਪਤਾ ਲੱਗਿਆ ਵੀ ਬੰਦੇ ਵਾਕਈ ਸੇਵਾਦਾਰ ਨੇ, ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਜੀ। ਮੇਰਾ ਤਾਂ ਦੇਖੋ ਪੂਰਾ ਸਾਥ ਦਿੱਤਾ। ਅੱਜ ਵੀ ਜੇ ਮੈਨੂੰ ਕਦੇ ਕੋਈ ਲੋੜ ਪੈਂਦੀ ਹੈ ਵੀ ਸਰ ਜੀ ਮੇਰੇ ਕੋਲ ਆਹ ਕੰਡੀਸ਼ਨ ਹੈਗੀ ਆ ਤੇ ਕੀ ਕਰ ਸਕਦੇ ਆ, ਤਾਂ ਡਾਕਟਰ ਪੂਰਾ ਸਾਥ ਦਿੰਦੇ ਆ, ਦੱਸਦੇ ਆ ਵੀ ਠੀਕ ਐਵੇਂ ਕਰਕੇ ਕਰ ਲਓ, ਤਾਂ ਉਹਨੂੰ ਅਸੀਂ ਸਹੀ ਕਰਨ ਦੀ ਪੂਰੀ ਹਿੰਮਤ ਲੜਾ ਦਿੰਦੇ ਜੀ ਆਪਦੀ। ਜਿਹੜੀ ਉਸਤਾਦ ਜੀ ਦੀ ਗੱਲ ਚੱਲੀ ਹੈ, ਤੇ ਦੇਖੋ ਉਸਤਾਦ ਤਾਂ ਦੇਖੋ ਨਾਲ ਹੀ ਰਹਿੰਦਾ ਜੀ, ਹੈ ਨਾ। ਜੇ ਅਸੀਂ ਸੋਚੀਏ ਵੀ ਉਸਤਾਦ ਨੇ, ਚਾਹੇ ਉਸਤਾਦ ਜੀ ਕੁਛ ਨਾ ਸਿਖਾਉਣ, ਲੇਕਿਨ ਇਹ ਹੁੰਦਾ ਉਸਤਾਦ ਦੇ ਕੋਲੇ ਖੜੇ ਦਾ ਹੀ ਬਹੁਤ ਸਹਾਰਾ ਹੋ ਜਾਂਦਾ। ਹੁਣ ਜਿਵੇਂ ਮੈਂ ਜਿਹੜੇ ਵੀ ਮਤਲਬ ਕਿ ਮੇਰੇ ਦੋਸਤ ਹੈ, ਜਾਂ ਕੋਈ ਦੋਸਤ ਹੀ ਕਹਿੰਦਾ ਜੀ ਚਲੋ, ਚੇਲਾ ਸ਼ਬਦ ਤਾਂ ਚੰਗਾ ਨਹੀਂ ਲੱਗੂਗਾ ਕਹਿਣਾ, ਲੇਕਿਨ ਉਹ ਜਦੋਂ ਕੋਈ ਟਰੀਟਮੈਂਟ ਕਰਨ ਜਾਂਦੇ ਆ, ਕੋਈ ਗਾਂ ਚੱਕ ਰਿਹਾ, ਕੋਈ ਡਿੱਗ ਗਈ ਆ, ਕੋਈ ਨਹਿਰ 'ਚ ਕੱਢਣੀ ਆ, ਜੇ ਮੈਂ ਉੱਥੇ ਖੜਾ ਵੀ ਹੈਗਾ, ਚਾਹੇ ਮੈਂ ਉਹਨੂੰ ਕੁਛ ਨਾ ਕਹਾਂ ਵੀ ਐਂ ਫੜ ਲਓ, ਐਂ ਕਰ ਲਓ, ਜੇ ਕੁਛ ਵੀ ਨਾ ਕਰੂੰਗਾ, ਉਹਨਾਂ ਨੂੰ ਪੂਰਾ ਸਹਾਰਾ ਰਹਿੰਦਾ ਵੀ ਪਿੱਛੇ ਖੜੇ ਆ। ਇਹੀ ਸਹਾਰਾ ਸਾਨੂੰ ਮਤਲਬ ਕਿ ਸਾਨੂੰ ਕਿਸ ਦਾ ਸਹਾਰਾ ਮਿਲਿਆ ਕਿ ਅਸੀਂ ਉਹ ਸਹਾਰਾ ਦੇਣਾ ਹੈ ਜੀ। ਬਿਲਕੁਲ। ਸਭ ਤੋਂ ਵੱਡਾ ਉਸਤਾਦ ਤਾਂ ਸ਼ਾਇਦ ਉਹ ਪਰਮਾਤਮਾ ਜਿਹਨੇ ਆਪਾਂ ਨੂੰ ਇਸ ਫੀਲਡ ਵੱਲ ਤੋਰਤਾ ਜੀ। ਤੇ ਇੱਕ ਗੱਲ ਹੁਣ ਆਪਾਂ ਕਰੀਏ ਵੀ ਤੁਸੀਂ ਪੇਂਟਰ ਹੋ ਐਜ਼ ਏ ਪ੍ਰੋਫੈਸ਼ਨ, ਤੇ ਪੇਂਟਿੰਗ ਆਪਣੇ ਘਰ ਚਲਾਉਣ ਵਾਸਤੇ ਤੇ ਸੇਵਾ ਬੇਜ਼ੁਬਾਨ ਜਾਨਵਰਾਂ ਨੂੰ ਬਚਾਉਣ ਵਾਸਤੇ, ਇਹਨਾਂ ਦੋਨਾਂ ਚੀਜ਼ਾਂ 'ਚ ਟਾਈਮ ਮੈਨੇਜਮੈਂਟ ਕਿਵੇਂ ਕਰਦੇ ਹੋ? ਸਰ ਜੀ ਬਹੁਤ ਔਖਾ ਹੈ ਜੀ ਟਾਈਮ ਮੈਨੇਜ, ਲੇਕਿਨ ਉਹ ਗੱਲ ਹੈ ਨਾ, ਜਦੋਂ ਕੋਈ ਇੱਕ ਜਨੂਨ ਸਵਾਰ ਹੋ ਜੇ ਤਾਂ ਬੰਦਾ ਸੋਚ ਸਮਝ ਹੀ ਲੈਂਦਾ ਵੀ ਮੈਂ ਕਰਨਾ ਕਿਵੇਂ ਹੈ ਜੀ। ਤੁਸੀਂ ਲਾ ਲਓ ਕਈ ਵਾਰ ਤਾਂ ਐਂ ਹੋਇਆ ਵੀ ਮੈਂ ਰਾਤ ਨੂੰ ਕੰਮ ਕਰਕੇ ਆਇਆ, ਵਾਲ ਪੇਂਟਿੰਗ ਰਾਤ ਨੂੰ ਕਰਕੇ ਆਇਆ ਹੋਇਆ, ਹੈ ਨਾ ਜੀ, ਤੇ ਸਵੇਰੇ ਆ ਕੇ ਫੇਰ ਸੇਵਾ 'ਚ ਲੱਗ ਜਾਂਦੇ ਸੀਗੇ। ਲੇਕਿਨ ਹੁਣ ਐਂ ਹੈਗਾ ਵੀ ਫਰੈਂਡ ਸਰਕਲ ਦਾ ਪੂਰਾ ਸਹਾਰਾ ਮਿਲ ਜਾਂਦਾ। ਕਈ ਵਾਰੀ ਕੋਈ ਲੋੜ ਹੈ, ਕੋਈ ਜ਼ਰੂਰਤ ਹੈ, ਤਾਂ ਫਰੈਂਡ ਸਰਕਲ ਐਸਾ ਵਧੀਆ ਗੁੱਡ ਹੈ, ਜਿਹੜੇ ਅਸੀਂ ਇੱਕ ਦੂਸਰੇ ਨੂੰ ਭਰਾਵਾਂ ਵਾਂਗੂ ਰਹਿੰਦੇ ਹਾਂ ਜੀ। ਕੋਈ ਆੜੀ ਫਸੀ 'ਚ ਦੇਖੋ ਮਿੱਤਰ ਹੈ, ਬਹੁਤ ਸਾਥ ਦਿੰਦੇ ਆ, ਨਾਲ ਖੜ ਜਾਂਦੇ ਆ ਜੀ, ਜਿੰਨਾ ਕਰਕੇ ਮਤਲਬ ਕਿ ਲਾ ਲਓ ਵੀ ਟਾਈਮ ਮੈਨੇਜ ਹੋ ਜਾਂਦਾ। ਕਈ ਵਾਰੀ ਕੋਈ ਲੋੜ ਪੈ ਗਈ, ਯਾਰ ਆਹ ਚੀਜ਼ ਨਹੀਂ ਆ ਚਾਹੀਦੀ ਆ, ਨਾਲ ਕਰ ਦਿੰਦੇ ਆ ਵਿਚਾਰੇ। ਇਸ ਕੰਨਿਓ ਮਤਲਬ ਕਿ ਮੈਂ ਖੁਸ਼ ਹਾਂ ਵੀ ਚਲੋ। ਕਈ ਵਾਰ ਹੁਣ ਦੇਖੋ ਇਸ ਗਾਂ ਵਾਸਤੇ ਡ੍ਰਿਪ ਦੀ ਲੋੜ ਸੀਗੀ, ਤਾਂ ਮੇਰੇ ਕੋਲ ਗਲੀ ਵਾਲਿਆਂ ਨੇ ਮਿੰਟ 'ਚ ਹੀ ਪੈਸਾ ਵੀ ਇਕੱਠਾ ਕਰਤਾ, ਗੱਡੀ ਵਾਸਤੇ ਵੀ ਕਹਿਤਾ, ਹੁਣ ਇਹਨੂੰ ਸਾਰਾ ਉੱਥੇ ਪਹੁੰਚਾਇਆ ਵੀ ਜਾਊਗਾ ਜੀ। ਤੇ ਇੱਕ ਆਪਾਂ ਜੇ ਗੱਲ ਕਰੀਏ ਫੈਮਿਲੀ ਦੀ, ਕਿਹਾ ਜਾਂਦਾ ਕਿ ਯਾਰ ਮਿੱਤਰਾਂ ਦੀ ਸਪੋਰਟ ਤਾਂ ਬਹੁਤ ਵੱਡੀ ਹੁੰਦੀ ਹੈ, ਤੇ ਜਿੰਨਾ ਚਿਰ ਆਪਾਂ ਨੂੰ ਫੈਮਿਲੀ ਦੀ ਸਪੋਰਟ ਨਹੀਂ ਨਾ ਮਿਲਦੀ, ਉਹਨਾਂ ਚਿਰ ਸ਼ਾਇਦ ਆਪਾਂ ਡਿੱਗਦੇ ਟੈਂਦੇ ਰਹਿੰਦੇ ਹਾਂ, ਉਤਾਰ ਚੜ੍ਹਾਅ ਆਉਂਦੇ ਰਹਿੰਦੇ ਆ। ਫੈਮਿਲੀ ਦੀ ਕਿਸ ਤਰ੍ਹਾਂ ਸਪੋਰਟ ਹੈ? ਫੈਮਿਲੀ ਦੀ ਫੁੱਲ ਸਪੋਰਟ ਹੈ ਜੀ, ਮਦਰ ਜਾਂ ਫਾਦਰ ਦੀ ਪੂਰੀ ਸਪੋਰਟ ਹੈ ਜੀ। ਵਾਈਫ ਪੂਰੀ ਸਪੋਰਟ ਕਰਦੀ ਹੈ। ਦੇਖੋ ਵਾਈਫ ਹਾਲਾਂਕਿ ਵਾਈਫ ਦੇਖ ਨਹੀਂ ਸਕਦੀ ਇਸ ਤਰ੍ਹਾਂ ਦਾ ਕੁਝ ਵੀ, ਲੇਕਿਨ ਵਾਈਫ ਕਨਿਓ ਇਸ ਚੀਜ਼ ਤੋਂ ਤਾਂ ਸਹੀ ਹੈ। ਜਿਵੇਂ ਕੋਈ ਕੰਮ ਕਹਿਤਾ ਮੈਂ ਉੱਥੇ ਲੇਟ ਹੋ ਜਾਊਗਾ, ਤਾਂ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਲੇਟ ਹੋ ਜਾਓਗੇ। ਉਹਨਾਂ ਨੇ ਬਸ ਇੱਕ ਚੀਜ਼ ਕਹੀ ਹੈ ਵੀ ਧਿਆਨ ਰੱਖਿਓ, ਰਾਤ ਦਾ ਟਾਈਮ ਹੈ ਨਾ ਜੀ, ਵੀ ਰਾਤ ਦਾ ਧਿਆਨ ਰੱਖਿਓ। ਹਰ ਇੱਕ ਨੂੰ ਹੁੰਦਾ ਹੈ ਨਾ ਜੀ। ਦੇਖੋ ਹੁਣ ਤੁਸੀਂ ਵੀ ਘਰੋਂ ਬਾਹਰ ਰਹਿ ਗਏ ਹੋ, ਤਾਂ ਤੁਹਾਡੇ ਹੁਣ ਤੁਸੀਂ ਲੇਟ ਹੋ ਜਾਂਦੇ, ਤਾਂ ਤੁਹਾਨੂੰ ਵੀ ਫੈਮਿਲੀ 'ਚੋਂ ਕਿਸੇ ਦਾ ਫੋਨ ਤਾਂ ਆਉਣਾ ਹੀ ਹੈ ਵੀ ਬਈ ਆਪਦਾ ਧਿਆਨ ਨਾਲ ਆਈਓ। ਬਸ ਇਹ ਹੁੰਦਾ, ਇੱਕ ਹੌਸਲਾ ਹੋ ਜਾਂਦਾ ਵੀ ਯਾਰ ਘਰੋਂ ਫੋਨ ਆਇਆ, ਛੇਤੀ ਜਾਣਾ। ਥੋੜ੍ਹਾ ਜਿਹਾ ਦੇਖੋ, ਜੇ ਇੰਨਾ ਕੁ ਵੀ ਆਪਣੇ ਘਰ ਦੀਆਂ ਕੋਈ ਜੇ ਆਪਾਂ ਬਿਲਕੁਲ ਫ੍ਰੀ ਮਾਈਂਡ ਹੋ ਜਾਵਾਂਗੇ, ਫਿਰ ਤਾਂ ਅਸੀਂ ਕੁਛ ਨਹੀਂ ਕਰਦੇ, ਫਿਰ ਤਾਂ ਅਸੀਂ ਘਰ ਨੂੰ ਕੁਛ ਸਮਝਾਂਗੇ ਨਹੀਂ, ਫਿਰ ਤਾਂ ਵੀ ਜਦੋਂ ਮਰਜ਼ੀ ਆਉਣਾ ਜਾਣਾ ਹੋ ਜਾਊਗਾ ਨਾ ਜੀ। ਘਰ ਤਾਂ ਦੇਖੋ ਬੰਦੇ ਦੀ ਇੱਕ ਮਿਆਦ ਹੈ ਵੀ ਘਰੇ ਆ ਕੇ ਹੀ ਬੰਦੇ ਨੇ ਸਟਾਰਟਿੰਗ ਵੀ ਘਰੋਂ ਹੀ ਕਰਨੀ ਆ ਤੇ ਖਤਮ ਵੀ ਘਰੇ ਹੀ ਹੋਣਾ ਬੰਦੇ ਨੇ। ਤੇ ਇੱਕ ਆਪਾਂ ਗੱਲ ਕਰੀਏ ਜੀ, ਪਸ਼ੂ ਅੱਜ ਕੱਲ੍ਹ ਬੇਜ਼ੁਬਾਨ ਪਸ਼ੂ ਕਾਫੀ ਮੌਸਮ ਕਰਕੇ, ਧੁੰਦ ਕਰਕੇ ਐਕਸੀਡੈਂਟਸ ਹੋ ਰਹੇ ਨੇ, ਜਾਂ ਕੁਛ ਹੋਰ ਬਿਮਾਰੀਆਂ ਵੀ ਅੱਜ ਕੱਲ੍ਹ ਬਹੁਤ ਚੱਲ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਵੀ ਜ਼ਿਆਦਾ ਕੇਸਿਸ ਕਿਹੜੇ ਆ ਰਹੇ ਨੇ, ਬਿਮਾਰੀਆਂ ਦੇ ਆ ਰਹੇ ਆ ਜਾਂ ਐਕਸੀਡੈਂਟਸ ਦੇ ਆ ਰਹੇ ਨੇ? ਜੀ ਦੇਖੋ ਹੁਣ ਸਰਦੀ ਦਾ ਮੌਸਮ ਹੈ, ਤਾਂ ਦੇਖੋ ਹੁਣ ਸਾਰੇ ਜਿਹੜੇ ਫੋਨ ਆ ਰਹੇ ਉਹ ਜ਼ਿਆਦਾ ਤਾਂ ਸਰਦੀ ਦੇ ਹੀ ਆ ਰਹੀ ਹੈ ਵੀ ਠੰਡ ਲੱਗ ਗਈ, ਠੰਡ ਲੱਗ ਗਈ, ਪਸ਼ੂ ਡਿੱਗ ਪਿਆ, ਪਸ਼ੂ ਡਿੱਗ ਪਿਆ। ਗਰਮੀਆਂ ਦੇ ਵਿੱਚ ਕਮੀ ਹੋ ਜਾਂਦੀ ਹੈ ਨਾ, ਗਲੂਕੋਜ਼ ਦੀ ਕਮੀ ਹੁੰਦੀ ਹੈ, ਫਿਰ ਗਰਮੀ 'ਚ ਬੋਤਲਾਂ ਲਾਓ ਜੀ। ਲੰਬੀ ਸਕਿਨ ਵੇਲੇ ਬਹੁਤ ਔਖੇ ਹੋਏ, ਬਹੁਤ ਮੁਸ਼ਕਿਲਾਂ ਆਈਆਂ, ਲੇਕਿਨ ਫਿਰ ਵੀ ਡਟੇ ਰਹੇ। ਕਰੋਨਾ ਕਾਲ 'ਚ ਬਹੁਤ ਮੁਸ਼ਕਿਲਾਂ ਆਈਆਂ, ਫਿਰ ਵੀ ਤੁਸੀਂ ਲਾ ਲਓ ਵੀ ਕਰੋਨਾ ਕਾਲ 'ਚ ਤਾਂ ਤੁਸੀਂ ਲਾ ਲਓ ਵੀ ਬਹੁਤ ਮਿਹਨਤ ਕੀਤੀ ਜੀ, ਤਾਂ ਜਾ ਕੇ ਪਾਰ ਹੋ ਜਾਂਦੀ ਸੀਗੀ ਜੀ। ਗਰਮੀ ਦੇ ਦਿਨ ਸੀਗੇ, 7 ਕੁੱਤਿਆਂ ਨੂੰ ਇਕੱਠੇ ਪਾਰ ਹੋ ਜਾਂਦੇ, ਇੱਕ ਦਿਨ 'ਚ 45 ਕੁੱਤਿਆਂ ਨੂੰ ਬੋਤਲਾਂ ਲਾਉਂਦੇ ਸੀਗੇ ਜੀ, ਜਾ ਕੇ ਖਰਚਾ ਮੈਨੇਜ ਕਰਦੇ ਸੀਗੇ। ਕਦੇ ਕਿਹਨੂੰ ਕਹਿੰਦੇ ਸੀ, ਕਦੇ ਕਿਹਨੂੰ ਕਹਿੰਦੇ ਸੀਗੇ ਦਵਾ ਦਿਓ ਜੀ, ਦਵਾ ਦਿਓ ਜੀ, ਦਵਾ ਦਿਓ ਜੀ। ਲੇਕਿਨ ਸੱਟਾਂ ਫੇਟਾਂ ਦਾ ਤਾਂ ਦੇਖੋ ਇਹ ਤਾਂ ਸੀਜ਼ਨ ਤਾਂ ਕਹਿ ਨਹੀਂ ਸਕਦੇ ਵੀ ਇਸ ਕੋਈ ਸੀਜ਼ਨ ਨਹੀਂ ਹੁੰਦਾ ਕੋਈ, ਲੇਕਿਨ ਧੁੰਦ ਦੇ ਵਿੱਚ ਐਕਸੀਡੈਂਟ ਬਹੁਤ ਹੁੰਦੇ ਆ ਜੀ। ਧੁੰਦ ਆ ਗਈ ਰਾਤ ਨੂੰ, ਬਹੁਤ ਐਕਸੀਡੈਂਟ ਆਉਂਦੇ ਆ, ਤੇ ਇੰਨੀ ਠੰਡ ਦੇ ਵਿੱਚ 6 ਵਜੇ ਤੜਫਦਾ ਜਾਨਵਰ ਬਹੁਤ ਹੈ ਜੀ। ਮੌਕੇ 'ਤੇ ਜਾ ਕੇ ਪੇਨ ਕਿਲਰ ਲਾਉਣਾ, ਉਹਦੀ ਪੱਟੀ ਮੱਲਮ ਕਰਨੀ, ਤਾਂ ਤੁਸੀਂ ਲਾ ਲਓ ਇੱਕ ਤਾਂ ਜਾਨਵਰ ਨੂੰ ਆਰਾਮ ਮਿਲ ਜਾਂਦਾ ਵੀ ਮੇਰੀ ਹੈ ਨਾ ਜੀ, ਮਤਲਬ ਕਿ ਮੈਨੂੰ ਟ੍ਰੀਟਮੈਂਟ ਮਿਲ, ਲੇਕਿਨ ਸਾਨੂੰ ਬਹੁਤ ਆਰਾਮ ਮਿਲਦਾ ਵੀ ਅਸੀਂ ਇੰਨੇ ਤੜਫਦੇ ਪਸ਼ੂ ਵਾਸਤੇ ਪਰਮਾਤਮਾ ਨੇ ਸਾਨੂੰ ਹੀ ਇਸ ਕਾਬਿਲ ਚੁਣਿਆ ਵੀ ਅਸੀਂ ਜਾ ਕੇ ਉਹਦੀ ਮੱਲਮ ਪੱਟੀ ਕਰ ਸਕੀਏ। ਹਾਂਜੀ, ਇਹ ਜ਼ਰੂਰ ਮੈਂ ਗੱਲ ਪੁੱਛਣੀ ਸੀਗੀ ਇੱਕ, ਜਿਵੇਂ ਹੁਣ ਤੁਸੀਂ ਪੇਂਟਿੰਗ ਕਰਦੇ ਹੋ ਐਜ਼ ਏ ਪ੍ਰੋਫੈਸ਼ਨ, ਰੋਜ਼ੀ ਰੋਟੀ ਲਈ ਤੁਸੀਂ ਕਿਤੇ ਕੰਮ ਕਰ ਰਹੇ ਹੋ, ਪੇਂਟਿੰਗ ਕਰ ਰਹੇ ਹੋ ਕਿਸੇ ਦੇ ਘਰੇ, ਤੇ ਤੁਹਾਨੂੰ ਫੋਨ ਆਉਂਦਾ ਕਿ ਇਸ ਤਰ੍ਹਾਂ ਕਰਕੇ ਐਮਰਜੈਂਸੀ ਸਿਚੁਏਸ਼ਨ ਆ, ਉਸ ਤਰ੍ਹਾਂ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਇਸ 'ਚ ਥੋੜ੍ਹਾ ਜਿਹਾ ਗੱਲ 'ਚ ਉਹ ਹੈ ਵੀ ਮੈਂ ਘਰਾਂ 'ਚ ਪੇਂਟਿੰਗ ਨਹੀਂ ਬਣਾਉਂਦਾ, ਕੰਮ ਮੈਂ ਆਪਣੀ ਦੁਕਾਨ 'ਤੇ ਹੀ ਕਰਦਾ ਜੀ। ਕਿਉਂਕਿ ਜਦੋਂ ਦੇਖੋ ਆਪਣਾ ਕੰਮ ਹੋਊਗਾ ਤਾਂ ਸਾਨੂੰ ਪੁੱਛਣ ਦੀ ਲੋੜ ਨਹੀਂ ਵੀ ਮੈਂ ਘੰਟਾ ਜਾਇਆ ਵਾਂ,
ਆਪਦਾ ਕੰਮ ਹੋਣ ਕਰਕੇ ਜੇ ਅਸੀਂ ਘੰਟਾ ਕੋਈ ਕੰਮ ਰੋਕ ਵੀ ਦਿੰਦੇ ਹਾਂ ਤਾਂ ਘੰਟਾ ਆ ਕੇ ਰਾਤ ਨੂੰ ਉਹਨਾਂ ਲਾ ਦਿੰਦੇ ਜੀ ਟਾਈਮ, ਐਵੇਂ ਮੈਨੇਜ ਹੋ ਜਾਂਦਾ ਜੀ ਟਾਈਮ। ਜੀ ਬਿਲਕੁਲ, ਐਮਰਜੈਂਸੀ ਵੇਲੇ ਇਹਨਾਂ ਬੇਜ਼ੁਬਾਨਾਂ ਨੂੰ ਪ੍ਰਾਇੋਰਟੀ ਜ਼ਿਆਦਾ ਦੇਣੀ ਬਹੁਤ ਵੱਡੀ ਸੇਵਾ ਹੈ ਇਸ ਗੱਲ ਦੀ। ਅਤੇ ਆਪਾਂ ਹੁਣ ਟੇਕ ਚੰਦ ਜੀ ਦੇ ਜੋ ਮਿੱਤਰ ਨੇ ਉਹ ਵੀ ਜੋ ਸੇਵਾ ਕਰ ਰਹੇ ਨੇ ਉਹਨਾਂ ਵੱਲ ਵੀ ਚੱਲਾਂਗੇ। ਪਰ ਟੇਕ ਚੰਦ ਜੀ, ਇੱਕ ਗੱਲ ਮੈਂ ਜ਼ਰੂਰ ਪੁੱਛਣੀ ਹੈ, ਆਪਾਂ ਜਦੋਂ ਬਿਮਾਰ ਹੁੰਦੇ ਹਾਂ ਤਾਂ ਆਪਣੇ ਕੋਲੇ ਘਰ ਹੈਗਾ, ਫੈਮਿਲੀ ਹੈਗੀ ਹੈ ਕੇਅਰ ਕਰਨ ਨੂੰ, ਤਾਂ ਸ਼ਾਇਦ ਆਪਾਂ ਜ਼ਿਆਦਾ ਸੇਫ ਰਹਿੰਦੇ ਹਾਂ। ਅਤੇ ਹੁਣ ਜਿਹੜੇ ਵਿਚਾਰੇ ਬੇਜ਼ੁਬਾਨ ਪਸ਼ੂ ਬਾਹਰ ਘੁੰਮ ਰਹੇ ਨੇ, ਜਿਨ੍ਹਾਂ ਦਾ ਕੋਈ ਘਰ ਨਹੀਂ ਬਾਰ ਨਹੀਂ, ਜਾਂ ਅਵਾਰਾ ਪਸ਼ੂ ਜਿਨ੍ਹਾਂ ਨੂੰ ਕਹਿ ਦਿੰਦੇ ਆਪਾਂ, ਅਵਾਰਾ ਪਸ਼ੂ ਤਾਂ ਸ਼ਾਇਦ ਮੇਰੇ ਖਿਆਲ 'ਚ ਸ਼ਬਦ ਵਰਤਣਾ ਵੀ ਗਲਤ ਹੈ ਇਹਨਾਂ ਬੇਜ਼ੁਬਾਨਾਂ ਵਾਸਤੇ, ਅਤੇ ਬੇਸਹਾਰਾ ਕਹਿ ਸਕਦੇ ਆਪਾਂ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ, ਉਹਨਾਂ ਵਾਸਤੇ ਤੁਸੀਂ ਕੀ ਸਰਕਾਰ ਨੂੰ ਅਪੀਲ ਕਰੋਗੇ? ਸਰ ਜੀ ਦੇਖੋ, ਮੈਂ ਤਾਂ ਉਡੀਕ ਕਰਦਾ ਉਸ ਦਿਨ ਦੀ ਵੀ ਜਿਸ ਦਿਨ ਕੋਈ ਇਸ ਤਰ੍ਹਾਂ ਦਾ ਦੇਖੋ, ਮੈਂ ਇਹ ਸੋਚ ਕੇ ਰੋਜ਼ ਇੱਕ ਗੱਲ ਸੋਚਦਾ ਹੁੰਦਾ ਵੀ ਅੱਜ ਸ਼ਾਇਦ ਕੋਈ ਫ਼ੋਨ ਨਾ ਆਵੇ, ਵੀ ਕੋਈ ਇਸ ਤਰ੍ਹਾਂ ਦਾ ਫ਼ੋਨ ਨਾ ਆਵੇ, ਕੋਈ ਤੜਫੀ ਜਾਂਦਾ। ਲੇਕਿਨ ਜਿਸ ਦਿਨ ਇਹ ਸੋਚਦਾ ਵੀ ਫ਼ੋਨ ਆ, ਉਸ ਦਿਨ ਜ਼ਿਆਦਾ ਫ਼ੋਨ ਆਉਂਦੇ ਵੀ ਇੱਥੇ ਜੀ ਗਾਂ ਡਿੱਗੀ ਪਈ ਤੇ ਕੁੱਤਾ ਡਿੱਗਿਆ ਪਿਆ ਇੱਥੇ। ਉਡੀਕ ਇਸੇ ਦਿਨ ਦੀ ਹੈ ਜਿਸ ਦਿਨ ਇੱਕ ਐਸਾ ਦਿਨ ਆਵੇ ਵੀ ਜਿਸ ਦਿਨ ਸਾਰੇ ਹੀ ਪਸ਼ੂ ਆਪਦੇ ਘਰਾਂ 'ਚ ਹੋਣਗੇ, ਇਹਨਾਂ ਦੀ ਆਪਦੀ ਗਊਸ਼ਾਲਾ 'ਚ ਸੇਫ ਹੋਣਗੇ। ਕੁੱਤੇ ਜਿਹੜੇ ਉਹਨਾਂ ਦੇ ਕਲੀਅਨ ਦੇ ਵਿੱਚ ਕੋਈ ਨਾ ਕੋਈ ਘਰ ਬਣਿਆ ਹੋਊਗਾ, ਹੈ ਨਾ। ਜਾਨਵਰਾਂ ਨਾਲ ਦੇਖੋ ਸਾਰਾ ਕੁਛ ਹੀ ਹੈ, ਦੇਖੋ ਜਿੰਨਾ ਵੀ ਵਾਤਾਵਰਨ ਆਪਾਂ ਦੇਖ ਰਹੇ ਹਾਂ, ਜਿੰਨੇ ਪੇੜ ਪੌਦੇ ਦੇਖ ਰਹੇ ਹਾਂ, ਸਾਰਾ ਪਕਸ਼ੀਆਂ ਨਾਲ ਹੀ ਹੈ। ਲੇਕਿਨ ਜੇ ਅਸੀਂ ਇਹਨਾਂ ਨੂੰ ਖਤਮ ਕਰੀਏ, ਪਕਸ਼ੀ ਕਿੱਥੇ ਜਾਣਗੇ ਜੀ। ਲੇਕਿਨ ਠੀਕ ਹੈ, ਬਿਜ਼ਨਸ ਵੀ ਜ਼ਰੂਰੀ ਹੈ, ਲੇਕਿਨ ਇਹਨਾਂ ਦੀ ਤੜਫ ਵੀ ਦੇਖਣੀ ਬਹੁਤ ਜ਼ਰੂਰੀ ਹੈ ਇਨਸਾਨ ਵਾਸਤੇ। ਦੇਖੋ ਇਨਸਾਨ ਜਿਹੜਾ ਹੈਗਾ, ਆਪਾਂ ਸੋਚ ਸਮਝ ਲੈਂਦੇ ਹਾਂ ਨਾ ਜੀ, ਸੋਚਣ ਸਮਝਣ ਦੀ ਸ਼ਕਤੀ ਇਸੇ ਕਰਕੇ ਪਰਮਾਤਮਾ ਨੇ ਇਨਸਾਨ ਨੂੰ ਜ਼ਿਆਦਾ ਦਿੱਤੀ ਹੈ ਵੀ ਅਸੀਂ ਇਹਨਾਂ ਨੂੰ ਸੰਭਾਲ ਕੇ ਰੱਖ ਸਕੀਏ। ਲੇਕਿਨ ਅਸੀਂ ਇਹਨਾਂ ਨੂੰ ਸੰਭਾਲਣ ਕਰਨੀ ਬਹੁਤ ਘੱਟ ਧਿਆਨ ਦੇ ਰਹੇ ਹਾਂ। ਦਿਨ ਦੂਰ ਨਹੀਂ ਹੈ ਵੀ ਜੇ ਅਸੀਂ ਇਹਨਾਂ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਅਸੀਂ ਆਪਣਾ ਹੀ ਨਾ ਕਦੇ ਸਫਾਇਆ ਕਰਵਾ ਲਈਏ। ਕੁਦਰਤ ਦੇ ਕਨੀਓ, ਕੁਦਰਤ ਨੂੰ ਜੇ ਬਚਾਵਾਂਗੇ ਤਾਂ ਹੀ ਖੁਦ ਬਚੇ ਰਵਾਂਗੇ ਜੀ। ਇੱਕ ਜੀ ਤੁਸੀਂ ਕੁਛ ਦੱਸ ਸਕਦੇ ਹੋ ਅੰਦਾਜ਼ਾ, ਤੁਸੀਂ ਅੱਜ ਤੱਕ ਕਿੰਨੇ ਬੇਜ਼ੁਬਾਨ ਪਸ਼ੂਆਂ ਨੂੰ ਤੁਸੀਂ? ਤਕਰੀਬਨ 10 ਦੇ ਨੇੜੇ, 10 ਕੇ। ਇੱਕ ਦਿਨ ਦੇ 10 ਪਸ਼ੂ? ਇੱਕ ਦਿਨ ਦੇ ਤਾਂ ਐਂ ਲਾ ਲਓ, ਘੱਟੋ ਘੱਟ ਨਹੀਂ ਤਾਂ 20 ਤੋਂ 25। 20 ਤੋਂ 25 ਇੱਕ ਦਿਨ ਦੇ? ਇਹ ਤੁਹਾਨੂੰ ਇੱਕ ਦਿਨ ਦੇ ਫੋਨ ਆਉਂਦੇ ਆ ਜਾਂ ਇੱਕ ਉਹਨਾਂ ਦੀਆਂ ਕਾਲਸ ਆਉਂਦੀਆਂ? 8-7 ਤਾਂ ਇੱਕ ਦਿਨ 'ਚ ਕੁੱਤੇ ਹੀ ਹੋ ਜਾਂਦੇ ਆ। ਅੱਛਾ, ਇਹ ਤੁਹਾਨੂੰ ਜਦੋਂ ਤੁਹਾਨੂੰ ਫੋਨ ਕਾਲਾਂ ਆਉਂਦੀਆਂ, ਕੁਝ 25-30 ਫੋਨ ਕਾਲਾਂ ਆਉਂਦੀਆਂ, ਉਹਨਾਂ 'ਚ ਤੁਸੀਂ ਜੇ ਕੋਈ ਇੱਕ ਅੱਧਾ ਰਹਿ ਜੇ ਤਾਂ ਕੁਦਰਤੀ ਕੋਈ ਰਹਿ ਜੇ, ਕਈ ਵਾਰੀ ਕੋਈ ਦੇਖੋ ਨਾ ਟਾਈਮ ਦੀ ਸ਼ਾਰਟੇਜ ਕਰਕੇ। ਲੇਕਿਨ ਤੁਸੀਂ ਲਾ ਲਓ ਹੁਣ ਬਸੰਤ ਦੇ ਦਿਨ ਆਉਂਦੇ ਆ ਜੀ, ਤੁਸੀਂ ਲਾ ਲਓ ਪਕਸ਼ੀਆਂ ਦਾ ਹੀ ਫੋਨ ਬਹੁਤ ਆਉਣਗੇ ਵੀ ਇੱਥੇ ਡਿੱਗਿਆ ਪਿਆ, ਇੱਥੇ ਡਿੱਗਿਆ ਪਿਆ ਜੀ, ਇੱਥੇ ਤਾਰ ਚੜਕਿਆ ਪਿਆ ਜਾਂ ਕੋਈ ਡੋਰ 'ਚ ਆ ਗਿਆ, ਇੱਥੇ ਪਕਸ਼ੀਆਂ ਦੇ ਫੋਨ ਬਹੁਤ ਆਉਣਗੇ ਜੀ। ਲੇਕਿਨ ਉਹਨਾਂ ਨੂੰ ਸੰਭਾਲਣ ਵਾਸਤੇ ਵੀ ਤੁਸੀਂ ਲਾ ਲਓ ਹਰ ਬਸੰਤ ਨੂੰ ਅਸੀਂ ਕੀ ਕਰਦੇ ਜੀ, ਜਿੰਨੇ ਵੀ ਸਾਡਾ ਫਰੈਂਡ ਸਰਕਲ ਆ, ਅਸੀਂ ਹਰੇਕ ਨੂੰ ਕਹਿ ਕੇ ਰੱਖਦੇ ਵੀ ਭਾਈ ਆਪਣਾ ਫੋਨ ਔਨ ਰੱਖੀ, ਤੇਰੇ ਮੁਹੱਲੇ 'ਚ ਸਾਨੂੰ ਜੇ ਕੋਈ ਫੋਨ ਆਉਂਦਾ, ਇੱਥੇ ਕੋਈ ਪਕਸ਼ੀ ਫਸਿਆ ਪਿਆ, ਤਾਂ ਸਭ ਤੋਂ ਪਹਿਲਾਂ ਤੈਨੂੰ ਭੇਜਣਾ ਤੇ ਤੂੰ ਸਾਰਾ ਕੁਝ ਛੱਡ ਕੇ ਜਾਣਾ। ਸਭ ਤੋਂ ਪਹਿਲਾਂ ਪਕਸ਼ੀ ਨੂੰ ਬਚਾਉਣਾ, ਬਾਅਦ 'ਚ ਆਪਦੀ ਬਸੰਤ ਬਣਾਉਣੀ ਹੈ। ਅਤੇ ਇੱਕ ਅਪੀਲ ਹੋਰ ਹੈ, ਬਸੰਤ ਦੇ ਦਿਨ ਆ ਰਹੇ ਆ ਜੀ, ਵੀ ਮੈਂ ਵਾਰ-ਵਾਰ ਕਹਿੰਦਾ ਹੁੰਦਾ ਵੀ ਚਾਈਨਾ ਡੋਰ ਦਾ ਬਿਲਕੁਲ ਹੀ ਤੁਸੀਂ ਨਿਬੇੜਾ ਕਰ ਦਿਓ, ਨਾ ਉਡਾਓ, ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ। ਕਈ ਵਾਰ ਦੇਖੋ ਨੁਕਸਾਨ ਅਸੀਂ ਅਗਲੇ ਦਾ ਨਹੀਂ ਦੇਖਦੇ, ਜਿਸ ਦਿਨ ਕੋਈ ਸਾਡਾ ਆਪਦਾ ਨੁਕਸਾਨ ਹੋ ਗਿਆ ਉਸ ਦਿਨ ਸਾਨੂੰ ਬਹੁਤ ਦੁੱਖ ਲੱਗੂਗਾ। ਇਸ ਕਰਕੇ ਚਾਈਨਾ ਡੋਰ ਨੂੰ ਜਿੱਥੇ ਵੀ ਮਿਲਦੀ ਹੈ ਬਸ ਇਹਨੂੰ ਅੱਗ ਲਾ ਦਿਓ, ਵੀ ਇਹ ਕਦੇ ਪੈਰਾਂ 'ਚ ਵੀ ਨਾ ਕਦੇ ਫਸੇ, ਕਿਉਂਕਿ ਪੈਰ 'ਚ ਵੜ ਕੇ ਨਾ ਤਾਂ ਵੀ ਮਾੜੀ ਹੈ, ਇਹਨੇ ਤਾਂ ਚੀਰਾ ਪਾ ਦੇਣਾ, ਕੋਈ ਫਾਇਦਾ ਨਹੀਂ ਹੈ ਟਾਂਕੇ ਲਵਾਉਂਦੇ ਫਿਰਾਂਗੇ। ਲੇਕਿਨ ਤੁਸੀਂ ਲਾ ਲਓ, ਮੈਂ ਕਈਆਂ ਨੂੰ ਦੇਖਦਾ ਹੁੰਦਾ, ਮੈਂ ਕਹਿੰਦਾ ਹੁੰਦਾ ਵੀ ਯਾਰ ਚਾਈਨਾ, ਉਹ ਕਹਿੰਦੇ ਸਾਰੇ ਉਡਾਉਂਦੇ ਆ। ਹੁਣ ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂ ਇਸ ਗੱਲ ਦਾ ਵੀ ਸਾਰੇ ਉਡਾਉਂਦੇ, ਵੀ ਸਾਰੇ ਤਾਂ ਬਹੁਤ ਕੁਛ ਕਰਨੇ ਆ, ਜਾਂ ਤਾਂ ਫਿਰ ਤੁਸੀਂ ਵੀ ਉਹ ਕੁਛ ਕਰੋ। ਹੁਣ ਇਸ ਤਰ੍ਹਾਂ ਹੁਣ ਇਲਾਜ ਕਰ ਜਾਂਦੇ ਆ, ਫਿਰ ਕਰੋ ਫਿਰ ਸਾਡੇ ਵਾਂਗੂ, ਆਓ ਕਰੋ ਅੱਗੇ, ਆਓ ਸਿੱਖੋ, ਨਾਲੇ ਸਾਨੂੰ ਥੋੜ੍ਹਾ ਇਸ ਚੀਜ਼ ਦਾ ਫਾਇਦਾ ਹੋ ਜੇ ਵੀ ਚਲੋ ਜੇ ਅਸੀਂ ਇੱਕ ਪਾਸੇ ਦੂਸਰੇ ਪਾਸੇ ਤੁਸੀਂ ਜਾ ਸਕੋ। ਲੇਕਿਨ ਦੇਖੋ ਕਿਸੇ ਦੀ ਤੜਫ ਸਮਝਣੀ ਬਹੁਤ ਜ਼ਰੂਰੀ ਹੈ। ਇੱਕ ਪਕਸ਼ੀ ਦਾ ਇੱਕ ਪਰ ਕੱਟ ਜਾਂਦਾ, ਉਹਦੀ ਸਾਰੀ ਜ਼ਿੰਦਗੀ ਮਤਲਬ ਕਿ ਬੇਬਸ ਹੋ ਜਾਂਦਾ। ਆਪਣੇ ਦੇਖੋ ਉਹਨਾਂ ਦੀ ਪਰਿਵਾਰ ਆ, ਉਹਨਾਂ ਦੀ ਆਲਣਾ ਉਡੀਕ ਰਿਹਾ ਹੁੰਦਾ, ਬੱਚੇ ਉਡੀਕ ਰਹੇ ਹੁੰਦੇ ਆ ਨਾ ਜੀ। ਲੇਕਿਨ ਇਹਨਾਂ ਚੀਜ਼ਾਂ ਨਾਲ ਕਈਆਂ ਨੂੰ ਕੋਈ ਮਤਲਬ ਹੀ ਨਹੀਂ, ਫਰਕ ਹੀ ਨਹੀਂ ਪੈਂਦਾ ਕਈਆਂ ਨੂੰ, ਬਿਲਕੁਲ ਫਰਕ ਨਹੀਂ ਪੈਂਦਾ। ਬਿਜ਼ਨਸ ਹੀ ਹੈ, ਪਹਿਲਾਂ ਸੋਚਦਾ 200 ਰੁਪਇਆ ਮਤਲਬ ਕਿ ਗੁੱਟੇ 'ਚ ਫਾਇਦਾ ਹੋ ਰਿਹਾ ਕਰੋ, ਲੇਕਿਨ ਉਹ 200 ਰੁਪਏ ਕਿਸੇ ਕੰਮ ਦਾ ਨਹੀਂ ਵੀਰੇ। ਜੇ ਕੋਈ ਨੁਕਸਾਨ ਇਸ ਤਰ੍ਹਾਂ ਦਾ ਹੋ ਜੇ, 200 ਰੁਪਏ ਕੀ ਕਰੋਗੇ, ਬਾਅਦ 'ਚ 2 ਲੱਖ ਲਾਉਣਾ ਪੈ ਜੇ। ਬਿਲਕੁਲ ਜੀ ਬਿਲਕੁਲ। ਆਪਾਂ ਜਦੋਂ ਸੋਚਦੇ ਹਾਂ ਨਾ ਵੀ ਯਾਰ ਜਦੋਂ ਆਪਣੇ ਸੱਟ ਵੱਜ ਜਾਂਦੀ ਹੈ ਅਤੇ ਆਪਣੀ ਬੋਡੀ 'ਤੇ ਨਿਸ਼ਾਨ ਪੈ ਜਾਂਦਾ, ਆਪਾਂ ਸੋਚਦੇ ਯਾਰ ਨਿਸ਼ਾਨ ਪੈ ਗਿਆ, ਯਾਰ ਸਾਰੀ ਜ਼ਿੰਦਗੀ ਦਾ ਦਾਗ ਰਹਿ ਗਿਆ। ਅਤੇ ਇੱਕ ਬੇਜ਼ੁਬਾਨ ਵਾਸਤੇ ਆਪਾਂ ਸੋਚਦੇ ਨਹੀਂ ਯਾਰ ਉਹਦੇ ਪੰਛੀ ਦੇ ਆਪਾਂ ਡੋਰ ਨਾਲ, ਚਾਈਨਾ ਡੋਰ ਨਾਲ ਕੰਮ ਫੜ ਕੇ ਪਰਾਂ ਸੜਕ 'ਤੇ ਪ੍ਰੋਵਾਈਡ ਹੀ ਕਰਦੇ। ਸੋ ਇੱਕ ਹੁਣ ਤੁਸੀਂ ਸੇਵਾ ਕਰ ਰਹੇ ਹੋ, ਤੁਹਾਡੇ ਨਾਲ ਯੂਥ ਵੀ ਬਹੁਤ ਜੁੜਿਆ ਹੁਣ? ਯੂਥ ਕਾਫੀ ਤਾਂ ਨਹੀਂ ਕਹਿ ਸਕਦੇ, ਕਿਉਂਕਿ ਦੇਖੋ ਜਾਂ ਤਾਂ ਦੇਖੋ ਲਗਨ ਨਹੀਂ ਹਜੇ ਦੇਖੀ ਮੈਂ ਉਨੀ ਪਸ਼ੂਆਂ ਵਾਲੇ ਪਾਸੇ, ਜਾਂ ਮੇਰੇ ਕੋਲ ਇੰਨਾ ਯੂਥ ਨਹੀਂ ਦੇਖਿਆ ਜਿਹੜਾ ਸਾਨੂੰ ਇੰਟਰਸਟ ਮਤਲਬ ਕਿ ਸਾਡੇ ਕੰਮ 'ਚ ਲੈ ਸਕੇ। ਜਿੰਨਾ ਕਿ ਫਰੈਂਡ ਸਰਕਲ ਹੈਗਾ, ਮੈਂ ਤਾਂ ਉਹਨਾਂ ਨੂੰ ਹੀ ਸਮਝਦਾ ਵੀ ਉਹ ਬਹੁਤ ਅੱਗੇ ਹੈ ਇਸ ਕੰਮ 'ਚ। ਯੂਥ ਨੂੰ ਫਿਰ ਤੁਸੀਂ ਕੀ ਅਪੀਲ ਕਰੋਗੇ ਸੇਵਾ ਵਾਲੀ ਲਾਈਨ 'ਚ ਆਉਣ ਲਈ? ਅਪੀਲ ਹੀ ਹੈ ਵੀ ਬਸ ਜਿੰਨਾ ਹੋ ਸਕੇ ਦੇਖੋ, ਜੇ ਤੁਸੀਂ ਪਸ਼ੂਆਂ ਵਾਲੇ ਪਾਸੇ ਨਹੀਂ ਜਾਣਾ ਚਾਹੁੰਦੇ, ਕਿਸੇ ਹੋਰ ਪਾਸੇ ਚੱਲ ਜਾਓ।
ਕੋਈ ਦਾਣਾ ਚੋਗਾ ਪਾਉਣ ਲੱਗ ਜਾਓ, ਕੋਈ ਦੁੱਧ ਦੱਧ ਪਾਉਣ ਲੱਗ ਜਾਓ, ਨਹੀਂ ਹੋਣਾ ਤਾਂ ਉਹ ਵੀ ਨਹੀਂ ਕੁਝ ਕਰ ਸਕਦੇ। ਉਹ ਤਾਂ ਤੁਸੀਂ ਘੱਟੋ ਘੱਟ ਕਿਸੇ ਨੂੰ 20 ਰੁਪਏ ਰੋਜ਼ ਦੇ ਕੱਢ ਦਿਓ, 10 ਰੁਪਏ ਰੋਜ਼ ਦੇ ਕੱਢ ਦਿਓ ਵੀ ਭਾਈ ਕਿਸੇ ਬੰਦੇ ਨੂੰ ਆਹ ਸੇਵਾ ਦੇ ਦਿਓ ਭਾਈ, ਘੱਟੋ ਘੱਟ ਪੇਟ ਭਰਨਾ ਹੋ ਜੇ, ਰੋਟੀ ਖਾਣਾ ਹੋ ਜੇ ਕਿਸੇ ਦਾ, ਮਤਲਬ ਕਿ ਕੁਛ ਨਾ ਕੁਛ ਜ਼ਰੂਰ ਕਰੋ। ਦੇਖੋ ਜ਼ਰੂਰੀ ਨਹੀਂ ਆ ਕਿ ਮਹੀਨੇ ਵਾਲੇ ਦਿਨ ਅਸੀਂ ਇਹੀ ਦੇਖਣਾ ਵੀ ਅੱਜ ਪੈਂਟ ਕਿਹੜੀ ਲੈ ਕੇ ਆਣੀ ਹੈ ਜਾਂ ਕੋਟ ਕਿਹੜਾ ਲੈ ਕੇ ਆਣਾ ਹੈ, ਜੈਕਟ ਕਿਹੜੀ ਲੈ ਕੇ ਆਣੀ ਹੈ। ਹੋਰ ਵੀ ਕੰਮ ਬਹੁਤ ਹੈਗਾ ਜ਼ਿੰਦਗੀ ਦੇ ਵਿੱਚ। ਇਹ ਕੰਮ ਹੁੰਦੇ ਜਦੋਂ ਬੰਦਾ ਕੁਛ ਜ਼ਿੰਦਗੀ 'ਚ ਕਰ ਲੈਂਦਾ, ਉਸ ਤੋਂ ਬੰਦਾ ਆਪਦੀ ਜ਼ਿੰਦਗੀ ਲਾਈਫ ਜਿਹੜੀ ਹੈਗੀ ਆਰਾਮ ਨਾਲ ਗੁਜ਼ਾਰੇ। ਉਸ ਤੋਂ ਪਹਿਲਾਂ ਜਿਹੜੀ ਜਵਾਨੀ ਹੈਗੀ ਆ, ਦੇਖੋ ਜਵਾਨੀ ਦੇ ਵਿੱਚ ਆਪਾਂ ਤੁਰ ਫਿਰ ਸਕਦੇ ਹਾਂ ਨਾ, ਭੱਜ ਨੱਠ ਸਕਦੇ ਹਾਂ, ਤਾਂ ਜਵਾਨੀ ਦੇ ਵਿੱਚ ਸਾਨੂੰ ਉਹ ਕੰਮ ਕਰਨੇ ਚਾਹੀਦੇ ਜਿਹੜੇ ਆਪਾਂ ਬੁਢਾਪੇ 'ਚ ਨਹੀਂ ਕਰ ਸਕਦੇ। ਬੁਢਾਪੇ 'ਚ ਅਸੀਂ ਕੀ ਕਰਾਂਗੇ, ਸਿਰਫ ਰੱਬ ਦਾ ਨਾਮ ਹੀ ਲੈ ਸਕਦੇ ਹਾਂ, ਹੋਰ ਅਸੀਂ ਨਹੀਂ ਜਾ ਸਕਦੇ। ਲੇਕਿਨ ਜੇ ਅੱਜ ਸਾਡੇ 'ਚ ਜਵਾਨੀ ਹੈਗੀ, ਅਸੀਂ ਭੱਜ ਕੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਦੇਖ ਕੇ ਅਸੀਂ ਭੱਜ ਕੇ ਜਾ ਕੇ ਕਿਸੇ ਹੈਲਪ ਵਾਸਤੇ ਜਾ ਸਕਦੇ, ਸਾਨੂੰ ਉਹ ਕੰਮ ਪਹਿਲਾਂ ਚਾਹੀਦਾ ਵੀ ਸਾਨੂੰ ਹੈਲਪ ਵਾਸਤੇ ਜਾਣਾ ਚਾਹੀਦਾ। ਕੋਈ ਵੀ ਹੈਲਪ ਲਾ ਲਓ, ਜਿਵੇਂ ਕੋਈ ਸੜਕ ਦੇ ਵਿੱਚ ਆਪਣੀ ਗਲੀ ਦੇ ਵਿੱਚ ਕੋਈ ਖੱਡਾ ਹੈ, ਜੇ ਉਹਨੂੰ ਅਸੀਂ ਭਰ ਦਾਂਗੇ 2 ਬੱਠੇ ਨਾਲ ਕੋਈ ਫਰਕ ਨਹੀਂ ਪੈਂਦਾ, ਲੇਕਿਨ ਕੋਈ ਡਿੱਗਣ ਤੋਂ ਬਚ ਸਕਦਾ। ਲੇਕਿਨ ਜੇ ਅਸੀਂ ਸੋਚ ਲਾਂਗੇ ਵੀ ਭਾਈ ਅੱਜ ਸੇਵਾ ਤਾਂ ਅਸੀਂ ਉੱਥੇ ਕਰਨ ਜਾਵਾਂਗੇ ਐਤਵਾਰ ਵਾਲੇ ਦਿਨ, ਫਿਰ ਕੋਈ ਫਾਇਦਾ ਨਹੀਂ ਜੀ। ਜੀ ਬਿਲਕੁਲ ਜੀ, ਅੱਜ ਕੱਲ੍ਹ ਯੂਥ ਜਿਸ ਤਰ੍ਹਾਂ ਗਲਤ ਰਾਹ 'ਤੇ ਪਿਆ ਹੋਇਆ, ਇਹ ਟੇਕ ਚੰਦ ਸਰ ਉਹਨਾਂ ਦੀ ਐਗਜ਼ਾਮਪਲ ਹੈ ਉਹਨਾਂ ਲਈ ਵੀ ਤੁਸੀਂ ਉਹ ਸਾਰਾ ਕੁਝ ਛੱਡ ਕੇ ਸਹੀ ਰਸਤੇ ਆਓ, ਸੇਵਾ ਕਰੋ, ਕਿਸੇ ਦੀ ਹੈਲਪ ਕਰੋ, ਤਾਂ ਇਹਦੇ ਨਾਲ ਹੀ ਜ਼ਿੰਦਗੀ ਬਹੁਤ ਸੁਧਰ ਜਾਣੀ ਹੈ। ਸੋ ਦੋਸਤੋ, ਹੁਣ ਆਪਾਂ ਤੁਹਾਨੂੰ ਮਿਲਾਉਣੇ ਆ ਟੇਕ ਚੰਦ ਸਰ ਜੀ ਦੇ ਮਿੱਤਰ ਪਿਆਰੇ ਜੋ ਇੱਥੇ ਆਏ ਹੋਏ ਨੇ, ਬੇਜ਼ੁਬਾਨ ਜਾਨਵਰਾਂ ਦੀ, ਬੇਸਹਾਰਾ ਜਾਨਵਰਾਂ ਦੀ ਜੋ ਸੇਵਾ ਕਰਦੇ ਨੇ, ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਆ। ਸਰ ਸਵਾਗਤ ਕਰਦੇ ਹਾਂ ਜੀ ਤੁਹਾਡਾ। ਕੀ ਨਾਮ ਸਰ ਤੁਹਾਡਾ? ਰਜਿੰਦਰ ਜੀ। ਤੁਸੀਂ ਕਦੋਂ ਤੋਂ ਟੇਕ ਚੰਦ ਸਰ ਨਾਲ ਜੁੜੇ ਹੋਏ? 15 ਸਾਲ ਤੋਂ ਜੀ। 15 ਸਾਲ ਤੋਂ ਨਾਲ ਹੀ ਉਹਨਾਂ ਦੇ। ਤੇ ਕੀ ਲੱਗਦਾ ਤੁਹਾਨੂੰ ਵੀ ਤੁਹਾਡੀ ਫੈਮਿਲੀ ਦਾ ਕੀ ਰਿਲੇਸ਼ਨ ਹੈ? ਸਭ ਤੋਂ ਪਹਿਲਾਂ ਤਾਂ ਨਾਲ ਆ ਜੀ ਮੇਰੇ ਪੂਰੀ ਸਪੋਰਟ ਆਈ ਫੈਮਿਲੀ ਦੀ। ਚੰਗਾ ਲੱਗਦਾ ਜੀ ਕੰਮ ਕਰਨਾ ਹੈ। ਤੇ ਕੀ ਲੱਗਦਾ ਤੁਹਾਨੂੰ ਵੀ ਜਦੋਂ ਤੁਸੀਂ ਇਸ ਸੇਵਾ ਭਾਵਨਾ ਵਿੱਚ ਆਉਣੇ ਹੋ, ਸੇਵਾ ਕਰਨ ਜਾਂਦੇ ਹੋ ਕਿਸੇ ਖਾਸ ਕਰ ਕਿਸੇ ਬੇਜ਼ੁਬਾਨ ਦੀ, ਤਾਂ ਅੰਦਰੋਂ ਕੀ ਇਹੋ ਜਿਹੀ ਆਵਾਜ਼ ਆਉਂਦੀ ਹੈ ਕਿ ਤੁਸੀਂ ਸਾਰਾ ਕੰਮ ਛੱਡ ਕੇ ਟੇਕ ਸਰ ਦਾ ਫੋਨ ਆਉਂਦਾ ਤੇ ਨਾਲ ਹੀ ਤੁਰ ਪੈਂਦੇ ਹੋ? ਐਂ ਲੱਗਦਾ ਜੀ ਜਿਵੇਂ ਗਰਮੀ 'ਚ ਪਾਣੀ ਪੀ ਲਿਆ ਹੋਵੇ ਠੰਡਾ ਠੰਡਾ। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਐਗਜ਼ਾਮਪਲ ਦਿੱਤੀ ਹੈ ਇਹ। ਤੇ ਇੱਕ ਗੱਲ ਮੈਂ ਹੋਰ ਪੁੱਛਣੀ ਸੀ ਵੀ ਤੁਹਾਡੇ ਨਾਲ ਹੋਰ ਕਿੰਨੇ ਕੁ ਲੋਕ ਆ ਜੋ ਜੁੜ ਰਹੇ ਨੇ? ਗਲੀ 'ਚੋਂ ਦਿੰਦੇ ਜੀ ਸਾਥ, ਜਿਵੇਂ ਇਸ ਗਲੀ 'ਚੋਂ ਦਿੱਤਾ ਹੈਗਾ ਹੁਣ ਇਸ ਦੇ ਗਲੀ ਦੇ ਵਿੱਚੋਂ ਦਿੱਤਾ। ਬਾਕੀ ਟੇਕ ਚੰਦ ਦਾ ਕੀ ਕਹਿਣਾ ਜੀ, ਇਹਨਾਂ ਦੀ ਜਿੰਨੀ ਮਿਹਨਤ ਅਸੀਂ ਨਹੀਂ ਕਰ ਸਕਦੇ ਜਿੰਨਾ ਸਾਥ ਉਹਨਾਂ ਦਿੰਦੇ ਜੀ। ਬਿਲਕੁਲ ਜੀ ਬਿਲਕੁਲ। ਤੇ ਆਪਾਂ ਦੋਸਤੋ ਤੁਸੀਂ ਦੇਖਿਆ ਕਿਸ ਤਰ੍ਹਾਂ ਟੇਕ ਚੰਦ ਸਰ ਨਾਲ ਲੋਕ ਜੁੜੇ ਹੋਏ ਨੇ ਤੇ ਉਹਨਾਂ ਦੀ ਸੰਸਥਾ ਕਿਸ ਤਰ੍ਹਾਂ ਬੇਜ਼ੁਬਾਨ ਬੇਸਹਾਰਾ ਪਸ਼ੂਆਂ ਦੀ, ਪੰਛੀਆਂ ਦੀ ਸੇਵਾ ਕਰ ਰਹੇ ਆ। ਆਪਾਂ ਅਕਸਰ ਕਹਿੰਦੇ ਆ ਵੀ ਅਵਾਰਾ ਪਸ਼ੂ ਨਾ ਕਹੋ, ਅਵਾਰਾ ਪਸ਼ੂ ਨਾ ਕਹੋ, ਬੇਸਹਾਰਾ ਪਸ਼ੂ ਕਿਹਾ ਜਾ ਸਕਦਾ ਉਹਨਾਂ ਨੂੰ, ਕਿਉਂਕਿ ਯਾਰ ਉਹ ਅਵਾਰਾ ਪਸ਼ੂ ਕਦ ਕਿਉਂ ਬਣੇ ਆ? ਆਪਣੇ ਕਰਕੇ, ਕਿਉਂਕਿ ਆਪਾਂ ਸਾਰੇ ਜ਼ਮੀਨਾਂ ਜਿਹੜੀਆਂ ਉਹ ਰੋਕ ਲਈਆਂ, ਸਾਰੇ ਏਰੀਏ ਆਪਾਂ ਦਰਖਤ ਕੱਟਤੇ, ਜੰਗਲ ਕੱਟਤੇ, ਆਪਾਂ ਜੰਗਲ ਹੀ ਉਹਨਾਂ ਦਾ ਘਰ ਹੁੰਦਾ, ਜੰਗਲ ਕੱਟੇ ਆ ਤਾਂ ਉਹ ਬੇਸਹਾਰਾ ਆਪੇ ਹੋਏ। ਸੋ ਦੋਸਤੋ, ਜਿਵੇਂ ਟੇਕ ਚੰਦ ਸਰ ਨੇ ਦੱਸਿਆ ਕਿ ਸੇਵਾ ਕਰਨੀ ਵੀ ਜ਼ਰੂਰੀ ਹੈ ਬੇਸਹਾਰਾ ਪਸ਼ੂਆਂ ਦੀ। ਤੇ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ। ਤੁਸੀਂ ਤਦ ਤੱਕ ਜੁੜੇ ਰਹੋ ਕਲਿੱਕ ਇੰਡੀਆ TV ਤੇ ਖਿਆਲ ਰੱਖਿਓ ਯਾਰ, ਆਸ-ਪਾਸ ਕੋਈ ਬੇਸਹਾਰਾ ਪਸ਼ੂ ਮਿਲਦਾ, ਖਾਸ ਕਰ ਬਠਿੰਡੇ ਏਰੀਏ 'ਚ, ਨੰਬਰ ਤੁਹਾਨੂੰ ਟੇਕ ਚੰਦ ਸਰ ਦਾ ਤੇ ਸੰਸਥਾ ਦਾ ਨਾਮ ਅਸੀਂ ਵੀਡੀਓ ਤੇ ਚਲਾ ਦਿਆਂਗੇ, ਤੇ ਸੰਪਰਕ ਜ਼ਰੂਰ ਕਰਿਓ, ਕਿਸੇ ਦੀ ਜਾਨ ਬਚਾ ਲਓ ਯਾਰ। ਮਿਲਦੇ ਅਗਲੀ ਵੀਡੀਓ 'ਚ, ਬਣੇ ਰਹੋ ਕਲਿੱਕ ਇੰਡੀਆ TV ਤੇ।